सतगुर की जिसनो मत आवे सो सतगुर माहे समाना। एह बाणी जो जियों जाने तिस अंतर रवै हर नामा। बाणी गुरु गुरु है बाणी विच बाणी अमृत सारे। गुर बाणी कहे सेवक जन मानै परतख गुरु निस्तारे। बाणी बिरलो विचार सीम जे को गुरमुख होए। एह बाणी महापुरख की निज कर वास होए। रे मन मूस बिला में गर्भत करतब करत महामुघना। संपत दोल चोल संग चूलत माया मगन प्रमत कुमणा। संपत दोल चोल संग चूलत माया मगन प्रमत कुगणा। सुत बनता साजन सुख बंदप तास्यो मोह बड़ेओ सुगना। तास्यो मोह बड़ेओ सुखना। बोयो बीज अहंग मम अहंकर बीतत आद करत अगना। मिरत मजार पसार मुख निरखत पुंचत पुगत भूख पुखना। सिमर गोपाल दयाल सत संगत नानक जग जानत सुपना। मिरत मजार पसार मुख निरखत पुंचत पुगत भूख पुखना।
सिमर गोपाल दयाल सत संगत नानक जग जानत सुपना। वाहिगुरु जी का खालसा वाहिगुरु जी की फतेह। सवैये श्री मुख भाग्य महला पंजवा इस सरलेख अधीन अज चौथा सवैया है जो 1387-88 अंग ते दर्ज है। इस बाणी दी विचार ਗਿਆਨੀ ਅਮਨਦੀਪ ਸਿੰਘ ਜੀ ਪਾਣੀਪਤ ਵਾਲੇ ਆਪ ਜੀ ਨੂੰ ਸਰਵਣ ਕਰਵਾਉਣਗੇ। ਇੱਕ ਦਿਨ ਦਾ ਉਹਨਾਂ ਦਾ ਸਮਾਂ ਹੈ ਸਾਡੇ ਪਾਸ। ਸੰਗਤ ਵੱਲੋਂ ਪ੍ਰਬੰਧਕ ਸੇਵਾਦਾਰਾਂ ਵੱਲੋਂ ਭਾਈ ਸਾਹਿਬ ਜੀ ਦਾ ਧੰਨਵਾਦ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ पहला प्रकाश गुरपुरब 7 सितंबर ਨੂੰ है जो हर साल की तरह बहुत चाह उमा शरदा सत्कार दे नाल गुरुद्वारा मोती बाग साहब विखे मनाया जाएगा। अमृत वेले तो लैके बाद दोपहर तक विशेष समागम होणगे। गुरु घर दे रख रखाव सेवा संभाल विच अपना हिस्सा जरूर पाओ। गुरु के लंगरां वास्ते रसद कड़ा प्रसाद दी देग वास्ते देसी घ्यो की सेवा आप जी कर सकते हो। अपनी दूजियां दी हिफाजत वास्ते मास्क जरूर पाओ। गुरुद्वारा बाला साहब जो गुरु हरकृष्ण हॉस्पिटल बन रहा है उसका दूसरा जो चरण है 125 बिस्तरियां का उहदे विच बैड तो लैके वेंटीलेटर तक कोई भी सेवा आप जी भेज सकते हो। इमारत की सेवा जथेदार बाबा बचन सिंह जी कार सेवा वाले करवा रहे हैं। वाहिगुरु जी का खालसा वाहिगुरु जी की फतेह। सतनाम वाहिगुरु साहिब जी। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। जे भुली जे चुकी साईं पीत हंजी कांडिया। जिन्ना नेह दुजाने लगा चूर मरहो से वांडिया। हों ना छोड़ो कंत पासरा सदा रंगीला लाल प्यारा। एह महिंजा आसरा सदा रंगीला लाल प्यारा।
ਇਹ ਮਹਿੰਜਾ ਆਸਰਾ। ਜਿਉਂ ਬੁਲਾਵੈ ਤਿਉਂ ਬੋਲੇ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਿਕ, ਵਾਲੀਏ ਕੁਲ ਆਲਮ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਕੇ ਧੰਨ ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਬਰਕਤਾਂ ਨਾਲ ਨਿਵਾਜੇ ਹੋਏ ਇਸ ਪਾਵਨ ਸਥਾਨ ਤੇ ਹਾਜ਼ਰੀਆਂ ਭਰ ਕੇ ਆਪ ਜੀ ਗੁਰੂ ਪਾਤਸ਼ਾਹ ਮਹਾਰਾਜ ਜੀ ਦੀਆਂ ਅਸੀਸਾਂ ਪ੍ਰਾਪਤ ਕਰ ਰਹੇ ਹੋ। ਗੁਰੂ ਕੀ ਬਾਣੀ ਦੇ ਆਪ ਜੀ ਨੇ ਜਿਸ ਸਵਈਏ ਦੇ ਪਾਠ ਸਤਿਕਾਰਯੋਗ ਸਿੰਘ ਸਾਹਿਬ ਜੀ ਪਾਸੋਂ ਸ਼ਰਵਣ ਕੀਤੇ ਹਨ, ਗੁਰੂ ਪਾਤਸ਼ਾਹ ਜੀ ਦੀ ਅਸੀਸ ਸਦਕਾ ਇਸੇ ਦੀ ਵਿਚਾਰ ਆਪਾਂ ਸਾਂਝੀ ਕਰਨੀ ਹੈ। ਆਰੰਭਤਾ ਤੋਂ ਪਹਿਲਾਂ ਸਾਰੀ ਹੀ ਸੰਗਤ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਗੁਰਫਤਿਹ ਸਾਂਝੀ ਕਰੋ। ਸਾਰੇ ਅਸੀਸ ਬਖਸ਼ੋ ਜੀ। ਅਦਬ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜੁਨ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਇਹ ਬਚਨ ਹਨ। ਵੈਸੇ ਤੇ ਸਤਿਗੁਰੂ ਜੀ ਦੀ ਸਾਰੀ ਹੀ ਬਾਣੀ ਮਨੁੱਖੀ ਜ਼ਿੰਦਗੀ ਨੂੰ ਰੱਬੀ ਰਾਹ ਤੇ ਤੋਰਨ ਦੇ ਲਈ ਪ੍ਰੇਰਨਾ ਦਿੰਦੀ ਹੈ। ਕਿਸੇ ਵੀ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਸ਼ਬਦ ਨੂੰ ਵਿਚਾਰਿਆਂ ਸਹਿਜੇ ਹੀ ਇਸ ਗੱਲ ਦੀ ਸੋਝੀ ਪੈਂਦੀ ਹੈ, ਮਨੁੱਖੀ ਸੰਸਾਰਕ ਜ਼ਿੰਦਗੀ, ਅਧਿਆਤਮਕ ਜ਼ਿੰਦਗੀ, ਮਾਨਸਿਕ ਬੌਧਿਕ ਪੱਧਰ ਇਸ ਦਾ ਕਿਹੋ ਜਿਹਾ ਹੋਣਾ ਚਾਹੀਦਾ ਹੈ। ਗੁਰੂ ਕੀ ਬਾਣੀ ਸਾਡੀ ਇਹ ਅਗਵਾਈ ਕਰਦੀ ਹੈ। ਗੁਰਦੇਵ ਪਿਤਾ ਨੇ ਬਾਣੀ ਦੇ ਅੰਦਰ ਬਹੁਤ ਵਾਰ ਬੜੇ ਪਿਆਰ ਦੇ ਨਾਲ ਵੀ ਮਨੁੱਖ ਨੂੰ ਸਮਝਾਇਆ ਹੈ। ਕਿਤੇ ਇਹ ਮਨ ਪਿਆਰਿਆ ਕਹਿ ਕੇ ਸੰਬੋਧਨ ਕੀਤਾ ਹੈ, ਕਿਤੇ ਗੁਰੂ ਸਾਹਿਬ ਜੀ ਨੇ ਆਖਿਆ ਹੈ ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਮਿੱਤਰ ਕਹਿ ਕੇ ਇੱਥੋਂ ਤੱਕ ਸਤਿਗੁਰੂ ਨੇ ਕਿਹਾ ਮੈਂ ਬੇਨਤੀ ਕਰਦਾ ਹਾਂ, ਮੈਂ ਬੇਨਤੀ ਕਰਦਾ ਹਾਂ, ਹੇ ਮੇਰੇ ਮਿੱਤਰ ਸੁਣ। ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਦਰ ਉਹ ਦਰ ਹੈ ਜਿੱਥੇ ਨਿਮਾਣਿਆਂ ਦੇ ਲਈ ਬਹੁਤ ਪਿਆਰ ਔਰ ਬੜਾ ਅਦਬ ਹੈ। ਬੜੀ ਵਾਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨੇ ਅਨੇਕਾਂ ਤਰ੍ਹਾਂ ਆਵਾਜ਼ਾਂ ਮਾਰੀਆਂ ਹਨ ਇਸ ਮਨੁੱਖ ਨੂੰ, ਇਸ ਮਨ ਨੂੰ। ਪਰ ਜਿਵੇਂ ਕਿਤੇ ਬਹੁਤ ਜਿਹਦੇ ਨਾਲ ਪਿਆਰ ਵੀ ਕੀਤਾ ਜਾਏ, ਉਹਨੂੰ ਸਵਾਰਨ ਦੇ ਲਈ ਗੁਰੂ ਪਾਤਸ਼ਾਹ ਮਹਾਰਾਜ ਝਿੜਕ ਵੀ ਮਾਰ ਦਿੰਦੇ ਹੈ ਨਾ। ਬਾਣੀ ਵਿੱਚ ਇਹ ਰੂਪ ਵੀ ਬੜੀ ਵਾਰ ਆਇਆ ਹੈ। ਪਰ ਉਹਦੇ ਨਾਲ ਨਾਲ ਇੱਕ ਬਚਨ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਾਤਾਰ ਕਹਿੰਦੇ ਭਾਈ ਗੁਰੂ ਪ੍ਰੇਮ ਨਾਲ ਸੱਦੇ ਤੇ ਗੁਰੂ ਦੀ ਬਖਸ਼ਿਸ਼ ਸਮਝੀ, ਗੁਰੂ ਦੀ ਵਡਿਆਈ ਸਮਝੀ।
ਪਰ ਯਾਦ ਰੱਖੀ ਕਿਤੇ ਗੁਰੂ ਝਿੜਕ ਦਵੇ ਤੇ ਇਹ ਨਾ ਆਖੀ ਗੁਰੂ ਨੇ ਮੈਨੂੰ ਝਿੜਕਿਆ ਕਿਉਂ ਹੈ, ਕਿਉਂਕਿ ਗੁਰੂ ਦੀ ਝਿੜਕ ਦੇ ਵਿੱਚ ਵੀ ਜ਼ਿੰਦਗੀ ਛੁਪੀ ਹੋਈ ਹੈ। ਬਚਨ ਆਪ ਜੀ ਸਾਰੇ ਬਹੁਤ ਵਾਰ ਪੜ੍ਹਦੇ ਹੋ, ਜੇ ਗੁਰ ਝਿੜਕੇ ਤਾਂ ਮਿੱਠਾ ਲੱਗੇ। ਜੇ ਗੁਰੂ ਕਦੀ ਝਿੜਕ ਵੀ ਦਵੇ ਤੇ ਗੁਰਸਿੱਖ ਨੂੰ, ਜਿਹਨੂੰ ਗੁਰੂ ਦੀ ਝਿੜਕ ਵੀ ਮਿੱਠੀ ਲੱਗਣ ਲੱਗ ਪਏ, ਪਿਆਰ ਵਾਲਿਓ ਸਮਝ ਲੈਣਾ ਉਹ ਜ਼ਿੰਦਗੀ ਦੇ ਵਿੱਚ ਕਦੀ ਵੀ ਧੋਖਾ ਨਹੀਂ ਖਾਏਗਾ, ਠੋਕਰ ਨਹੀਂ ਖਾਏਗਾ, ਧੱਕਾ ਨਹੀਂ ਖਾਏਗਾ। ਜਿਹਨੂੰ ਗੁਰੂ ਦੀ ਝਿੜਕ ਵੀ ਮਿੱਠੀ ਲੱਗਣ ਲੱਗ ਪਈ। ਆਪਾਂ ਵੇਖਦੇ ਹਾਂ ਆਮ ਖਦਾਨਾਂ ਦੇ ਵਿੱਚੋਂ ਨਿਕਲਿਆ ਹੋਇਆ ਪੱਥਰ ਕਿਸੇ ਇਮਾਰਤਾਂ ਦੀ ਸੁੰਦਰਤਾ ਦਾ ਕਾਰਨ ਬਣ ਜਾਂਦਾ ਹੈ ਤੇ ਉਹ ਮਾਮੂਲੀ ਪੱਥਰ ਦੀ ਕੀਮਤ ਲੱਖਾਂ ਦੇ ਵਿੱਚ ਪਹੁੰਚ ਜਾਂਦੀ ਹੈ। ਉਹ ਹੁੰਦਾ ਕਦੋਂ ਹੈ? ਜਦੋਂ ਆਪਣੇ ਆਪ ਤੇ ਬੜੀਆਂ ਚੋਟਾਂ ਸਹਾਰ ਕੇ, ਆਪਣੇ ਆਪ ਨੂੰ ਬੜੇ ਤਰੀਕਿਆਂ ਦੇ ਨਾਲ ਤਰਾਸ਼ ਕੇ ਉਸ ਨੂੰ ਕੋਈ ਬਾਜ਼ਾਰ ਦੇ ਵਿੱਚ ਲਿਆਉਂਦਾ ਹੈ ਤੇ ਉਹਦਾ ਪਿਆਰ ਵਾਲਿਓ ਮੁੱਲ ਪੈ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਝਿੜਕ ਵੀ ਸਾਡਾ ਜੀਵਨ ਸਵਾਰਨ ਦੇ ਲਈ ਹੈ। ਗੁਰੂ ਦੀ ਝਿੜਕ ਤੇ ਸੰਸਾਰ ਦੀ ਝਿੜਕ ਦੇ ਵਿੱਚ ਇੱਕ ਅੰਤਰ ਹੈ। ਸੰਸਾਰ ਉਸ ਵਕਤ ਝਿੜਕਦਾ ਹੈ ਜਦੋਂ ਅਸੀਂ ਕੋਈ ਗਲਤੀ ਕਰਦੇ ਹਾਂ ਤੇ ਉਸ ਝਿੜਕ ਦੇ ਵਿੱਚ ਕਿਤੇ ਨਾ ਕਿਤੇ ਜ਼ਲਾਲਤ, ਕਿਤੇ ਨਾ ਕਿਤੇ ਬੇਇੱਜ਼ਤੀ ਛੁਪੀ ਹੁੰਦੀ ਹੈ। ਪਰ ਗੁਰੂ ਮੇਰੇ ਦੀ ਝਿੜਕ ਐਸੀ ਝਿੜਕ ਹੈ, ਸਾਹਿਬ ਜੀ ਕਹਿੰਦੇ ਮੈਂ ਤੈਨੂੰ ਪਿਆਰਿਆ ਝਿੜਕਦਾ ਹੀ ਤਾਂ ਹਾਂ ਤਾਂ ਕਿ ਤੈਨੂੰ ਲੋਕਾਂ ਦੀ ਝਿੜਕ ਨਾ ਸਹਾਰਨੀ ਪਏ। ਇਹ ਗੁਰੂ ਦਾ ਪ੍ਰੇਮ ਹੈ। ਤੋ ਇਸੇ ਕਰਕੇ ਸੱਚੇ ਪਾਤਸ਼ਾਹ ਨੇ ਕਦੇ ਇਸ ਮਨ ਨੂੰ ਗੁਰੂ ਕੀ ਬਾਣੀ ਦੇ ਅੰਦਰ ਖੋਤਾ ਵੀ ਆਖਿਆ, ਕਦੀ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਸ ਮਨ ਨੂੰ ਮਨ ਚੰਚਲ ਵੀ ਆਖਿਆ ਹੈ। ਤੇ ਅੱਜ ਜਿਹੜੇ ਬਚਨ ਆਪਾਂ ਗੁਰੂ ਸਾਹਿਬ ਜੀ ਦੇ ਵਿਚਾਰਨੇ ਨੇ, ਇੱਥੇ ਗੁਰੂ ਪਾਤਸ਼ਾਹ ਨੇ ਇੱਕ ਮਨ ਨੂੰ ਸੰਬੋਧਨ ਕੀਤਾ, ਰੇ ਮਨ ਸੰਬੋਧਨ ਕੀਤਾ। ਪਹਿਲਾਂ ਇਹ ਚੀਜ਼ ਬੜੀ ਇੱਕ ਪਿਆਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਹੈ। ਵੈਸੇ ਤੇ ਗੁਰੂ ਕੀ ਦੀਆਂ ਵਡਿਆਈਆਂ ਕੀਤੀਆਂ ਮੁੱਕਦੀਆਂ ਨਹੀਂ। ਗੁਰੂ ਪਾਤਸ਼ਾਹ ਜੀ ਦੇ ਇੱਕ ਇੱਕ ਅੱਖਰ ਦੇ ਵਿੱਚ ਬ੍ਰਹਮ ਅਕਾਲ ਪੁਰਖ ਪਰਮੇਸ਼ਰ ਨਿਰੰਕਾਰ ਦੀ ਆਮਦ ਦਾ ਅਹਿਸਾਸ ਹੁੰਦਾ ਹੈ, ਕਿਉਂਕਿ ਇਹ ਬਾਣੀ ਬਾਰੇ ਆਪ ਜੀ ਨੇ ਹੁਣੇ ਵੀ ਬਚਨ ਸੁਣੇ ਨੇ। ਇਹ ਬਾਣੀ ਜੋ ਜੀਉ ਜਾਣੈ, ਜਿੰਦ ਕਰਕੇ ਇਸ ਬਾਣੀ ਨੂੰ ਕੋਈ ਸਮਝ ਲਏ ਤੇ ਪਰਮਾਤਮਾ ਦੇ ਗੁਣ ਉਹਦੀ ਜ਼ਿੰਦਗੀ ਦਾ ਹਿੱਸਾ ਬਣ ਜਾਂਦੇ ਆ। ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਸੀ, ਮੈਂ ਆਪਣੇ ਦਿਮਾਗ ਦੀ ਘਾੜਤ ਤੋਂ ਇਹ ਬਚਨ ਨਹੀਂ ਬੋਲ ਰਿਹਾ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਗੁਰੂ ਅਰਜੁਨ ਸਾਹਿਬ ਪਾਤਸ਼ਾਹ ਨੇ ਕਿਹਾ ਸੀ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਦੇ। ਬੜੀਆਂ ਇਹੋ ਜੀਆਂ ਦਾਤਾਂ ਦੇ ਨਾਲ ਸੱਚੇ ਪਾਤਸ਼ਾਹ ਨੇ ਨਿਵਾਜਿਆ ਹੈ ਸਾਨੂੰ। ਇਹ ਬਾਣੀ ਰਾਹੀਂ ਬਹੁਤ ਗਿਆਨ ਬਖਸ਼ਿਸ਼ ਕੀਤਾ ਹੈ। ਪਰ ਪਿਆਰਿਓ, ਜਿਹੜੀ ਅਰਜ਼ ਕਰ ਰਿਹਾ, ਕਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਤੁਸੀਂ ਬਾਣੀ ਪੜ੍ਹਨਾ, ਉਹਦੇ ਵਿੱਚ ਇੱਕ ਵਿਚਾਰ ਬਹੁਤ ਪਿਆਰੀ ਹੈ। ਜਦੋਂ ਮੇਰੇ ਮਾਲਕ ਸੰਬੋਧਨ ਕਰਦੇ ਹੈ ਨਾ ਆਪਣੇ ਹੀ ਮਨ ਨੂੰ, ਆਪਣੀਆਂ ਹੀ ਨੇਤਰਾਂ ਨੂੰ, ਆਪਣੀ ਹੀ ਜੇਬਾਂ ਨੂੰ, ਆਪਣੇ ਹੀ ਸ਼ਰਵਣਾਂ ਨੂੰ, ਆਪ ਜੀ ਆਨੰਦ ਸਾਹਿਬ ਜੀ ਦੇ ਵਿੱਚ ਬੜੇ ਬਚਨ ਪੜ੍ਹਦੇ ਹੋ। ਇਹ ਸਾਰਾ ਕੁਝ ਇਸ ਕਰਕੇ ਹੈ, ਵੇਖੋ ਗੁਰੂ ਪਾਤਸ਼ਾਹ ਮਹਾਰਾਜ ਜੀ ਤੇ ਬ੍ਰਹਮ ਸਰੂਪ ਨੇ। ਗੁਰੂ ਨੂੰ ਤੇ ਇਸ ਚੀਜ਼ ਦੀ ਲੋੜ ਨਹੀਂ। ਜੇ ਗੁਰੂ ਆਖਦਾ ਪਿਆ ਇਹ ਮਨ ਚੰਚਲਾ ਚਤੁਰਾਈ ਕਿਨ, ਹੁਣ ਗੁਰੂ ਸਾਹਿਬ ਦਾ ਤੇ ਮਨ ਚੰਚਲ ਨਹੀਂ ਹੈ। ਪਰ ਯਾਦ ਰੱਖਣਾ, ਜਿਵੇਂ ਚੰਗਾ ਕੋਈ ਕੋਚ ਉਹਨੇ ਬੱਚਿਆਂ ਨੂੰ ਕਿਸੇ ਚੀਜ਼ ਦੀ ਪ੍ਰੈਕਟਿਸ ਕਰਾਉਣੀ ਹੋਵੇ ਨਾ, ਤੇ ਉਹ ਗੱਲਾਂ, ਉਹ ਕੰਮ ਬੱਚਿਆਂ ਦੇ ਸਾਹਮਣੇ ਕੋਚ ਆਪ ਕਰ ਕਰਕੇ ਦੱਸਦਾ ਵੀ ਮੈਂ ਇਹ ਕਰਦਾ ਤੇ ਤੁਸੀਂ ਵੀ ਇਸ ਤਰ੍ਹਾਂ ਕਰੋ। ਤੇ ਸਾਡਾ ਗੁਰੂ ਹੈ ਹੀ ਗੁਰੂ, ਤੇ ਗੁਰੂ ਦੀ ਤੇ ਚੇਲੇ ਦੀ ਸਾਂਝ ਹੀ ਇਸ ਗੱਲ ਦੀ ਹੁੰਦੀ ਹੈ। ਕਈ ਵਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਪੜ੍ਹਦਿਆਂ ਹੋਇਆਂ ਜਾਂ ਇਤਿਹਾਸ ਦੀਆਂ ਵਿਚਾਰਾਂ ਕਰਦਿਆਂ ਹੋਇਆਂ ਕਹੀਦਾ ਨਾ ਜੀ,
ਵੇਖੋ ਗੁਰੂ ਪਾਤਸ਼ਾਹ ਨੇ ਇਸ ਤਰ੍ਹਾਂ ਕੀਤਾ, ਗੁਰਸਿੱਖਾਂ ਨੇ ਇਸ ਤਰ੍ਹਾਂ ਕੀਤਾ, ਭਾਈ ਸਿੱਖੋ ਤੁਸੀਂ ਵੀ ਇਸ ਤਰ੍ਹਾਂ ਕਰਿਆ ਕਰੋ। ਤੇ ਕਈ ਸੱਜਣ ਆਖ ਦਿੰਦੇ ਆ, ਲਓ ਜੀ ਉਹ ਤੇ ਗੁਰੂ ਸਨ, ਉਹ ਤੇ ਗੁਰੂ ਕੇ ਸਿੱਖ ਸਨ, ਅਸੀਂ ਇਸ ਤਰ੍ਹਾਂ ਕਿਵੇਂ ਕਰ ਸਕਦੇ ਹਾਂ। ਪਿਆਰਿਓ, ਅਰਜ਼ ਕਰਾਂ, ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਇਹ ਗਿਆਨ ਹੀ ਤਾਂ ਦਿੱਤਾ ਹੈ। ਗੁਰਦੇਵ ਪਾਤਸ਼ਾਹ ਜੀ ਕਹਿੰਦੇ, ਸਿੱਖਾਂ ਮੈਂ ਤੇਰੇ ਵਿੱਚੋਂ ਆਪਣਾ ਰੂਪ ਵੇਖਣਾ ਚਾਹੁੰਦਾ। ਦਸ਼ਮੇਸ਼ ਪਿਤਾ ਮਹਾਰਾਜ ਜੀ ਨੇ ਜਦੋਂ ਇਹ ਬਚਨ ਕਹੇ ਕਿ ਇਹ ਪੁੱਤਰਾਂ ਦੇ ਵਿੱਚ, ਇਹ ਸਿੱਖਾਂ ਵਿੱਚ ਮੇਰੇ ਪੁੱਤਰ ਵਸਦੇ ਨੇ, ਤੇ ਉਹਦਾ ਭਾਵ ਕੇਵਲ ਇਤਿਹਾਸਕ ਕੋਈ ਭਾਵੁਕ ਘਟਨਾ ਨਹੀਂ, ਉਹਨਾਂ ਬਚਨਾਂ ਦੇ ਬੜੇ ਗਹਿਰੇ ਤੇ ਬੜੇ ਅੰਤਰੀਵ ਭਾਵ ਨੇ। ਕੇਵਲ ਤਨ ਕਰਕੇ ਨਹੀਂ ਪਿਆਰਿਓ, ਅਸੀਂ ਕਰਮ ਕਰਕੇ, ਸੁਰਤ ਕਰਕੇ, ਆਪਣੀ ਵਿਚਾਰ ਕਰਕੇ ਵੀ ਗੁਰੂ ਦੇ ਸਪੁੱਤਰਾਂ ਵਰਗੇ ਬਣਨਾ ਹੈ। ਤਨ ਕਰਕੇ ਤੇ ਸੋਹਣੇ ਕੇਸ ਸਜਾਉਣੇ, ਆਪਣੇ ਤਨ ਨੂੰ ਵੀ ਅਸੀਂ ਸੋਹਣੇ ਤਰੀਕੇ ਨਾਲ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਹੁਕਮ ਅਨੁਸਾਰ ਢਾਲਣਾ ਹੈ। ਖੈਰ, ਜਿਹੜੀ ਬੇਨਤੀ ਕਰ ਰਿਹਾ, ਸਤਿਗੁਰੂ ਦੀ ਬਾਣੀ ਨੇ ਆਖਿਆ ਰੇ ਮਨ, ਇਹ ਇੱਕ ਬੜੀ ਪਿਆਰੀ ਵਿਚਾਰ ਹੈ। ਜਦੋਂ ਸਤਿਗੁਰੂ ਜੀ ਇਸ ਮਨ ਨੂੰ ਸੰਬੋਧਨ ਕਰਦੇ ਹੈ, ਦਾਸ ਨੂੰ ਜਿੰਨੀ ਕੁ ਸਮਝ ਆਈ, ਉਹ ਇਹ ਵਿਚਾਰ ਹੈ ਕਿ ਜਦੋਂ ਅਸੀਂ ਬਾਣੀ ਪੜ੍ਹੀਏ, ਇੱਥੇ ਵੇਖੋ ਮਹਾਰਾਜ ਜੀ ਨੇ ਇਹ ਨਹੀਂ ਆਖਿਆ ਵੀ ਹੇ ਗੁਰੂ ਅਰਜੁਨ ਸਾਹਿਬ ਦੇ ਮਨ, ਜਾਂ ਵਿਆਖਿਆ ਕਰਨ ਵਾਲੇ ਵੀ ਅਸੀਂ ਇਹ ਗੱਲ ਨਹੀਂ ਆਖਦੇ ਹੇ ਗੁਰੂ ਅਰਜੁਨ ਸਾਹਿਬ ਦੇ ਮਨ। ਨਾ, ਜਦੋਂ ਅਸੀਂ ਬਾਣੀ ਪੜ੍ਹਨੀ ਹੈ, ਸਾਨੂੰ ਪ੍ਰਤੀਤ ਹੁੰਦਾ ਹੈ, ਮਹਿਸੂਸ ਹੁੰਦਾ ਹੈ, ਹੇ ਮੇਰੇ ਮਨ। ਜਿਹੜਾ ਵੀ ਬਾਣੀ ਪੜ੍ਹੇਗਾ, ਕੋਈ ਵੀ ਬਾਣੀ ਪੜ੍ਹੇ, ਉਹੀ ਆਖੇਗਾ ਹੇ ਮੇਰੇ ਮਨ। ਆਪਣੇ ਮਨ ਨੂੰ ਆਖਦੇ ਹਾਂ। ਤੇ ਜਿਨੇ ਇਹ ਆਦਤ ਪਾ ਲਈ, ਪ੍ਰਥਮੇ ਮਨ ਪ੍ਰਬੁੱਧ ਹੈ, ਆਪਣਾ ਦੀ ਗੱਲ ਕਰ ਲਈ, ਉਹ ਜ਼ਿੰਦਗੀ ਦੇ ਵਿੱਚ ਯਾਦ ਰੱਖਣਾ, ਜਿਹਨੂੰ ਘੜਨਾ ਹੋਵੇ ਨਾ, ਤੇ ਇਸ਼ਾਰਾ ਵੀ ਉਸੇ ਵੱਲ ਕੀਤਾ ਜਾਂਦਾ ਹੈ। ਅੱਜ ਸੰਸਾਰ ਦੀ ਸਭ ਤੋਂ ਵੱਡੀ ਮੁਸ਼ਕਲ ਕੀ ਹੈ? ਅਸੀਂ ਕਹਿੰਦੇ ਹਾਂ ਕਿ ਇਮਾਨਦਾਰੀ ਹੋਵੇ, ਚੰਗਿਆਈ ਹੋਵੇ, ਦੁਨੀਆ ਵਿੱਚ ਸਾਰੇ ਬ੍ਰਹਮ ਗਿਆਨੀ ਹੋਣ, ਭਾਈ ਮਤੀ ਦਾਸ ਹੋਵੇ, ਸਤੀ ਦਾਸ ਹੋਵੇ, ਤੇ ਬੜੇ ਬੜੇ ਗੁਰਸਿੱਖ ਪਿਆਰੇ ਹੋਣ, ਪਰ ਅਸੀਂ ਨਾ ਬਣੀਏ। ਇਸ ਤਰ੍ਹਾਂ ਹੁੰਦਾ ਨਾ ਜੀ, ਅਸੀਂ ਕਹਿੰਦੇ ਅਸੀਂ ਨਾ ਬਣੀਏ। ਹੁਣ ਸਾਰੇ ਇਮਾਨਦਾਰੀ ਹੋਵੇ, ਨਾਲ ਵਾਲੀ ਦੁਕਾਨ ਦੇ ਵਿੱਚ ਜਿੱਥੋਂ ਅਸੀਂ ਸੌਦਾ ਖਰੀਦਣ ਜਾਈਏ, ਉਸ ਦੁਕਾਨ ਦੇ ਵਿੱਚ ਬੜੀ ਇਮਾਨਦਾਰੀ ਹੋਵੇ, ਬੜੀ ਸ਼ੁੱਧ ਚੀਜ਼ ਮਿਲਦੀ ਹੋਵੇ, ਤੇ ਜਿਹੜਾ ਕੋਈ ਸਾਡੀ ਦੁਕਾਨ ਤੇ ਸੌਦਾ ਖਰੀਦਣ ਆਉਂਦਾ, ਉਹਨੂੰ ਅਸੀਂ ਆਪਣੇ ਮਨ ਆਈਆਂ ਕਰੀਏ। ਨਹੀਂ ਪਿਆਰਿਓ, ਜੇ ਆਪਣੇ ਆਪ ਨੂੰ ਸਵਾਰਨਾ ਤੇ ਯਾਦ ਰੱਖਣਾ, ਸੰਬੋਧਨ ਵੀ ਆਪਣੇ ਆਪ ਨੂੰ ਕਰਨਾ ਪਏਗਾ, ਗੱਲ ਵੀ ਆਪਣੇ ਆਪ ਤੋਂ ਸ਼ੁਰੂ ਕਰਨੀ ਪਵੇਗੀ। ਤੋ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਹੇ ਮਨ ਮੂਸ ਬਿਲਾ ਮਹਿ ਗਰਬਤ। ਇੱਕ ਉਦਾਹਰਣ ਦਿੱਤੀ ਪਾਤਸ਼ਾਹ ਨੇ, ਇਸ ਮਨ ਨੂੰ ਚੂਹੇ ਦੇ ਨਾਲ, ਮੂਸ ਦਾ ਭਾਵ ਹੈ ਚੂਹਾ। ਕਹਿੰਦੇ ਮਨਾ ਜਿਵੇਂ ਚੂਹਾ ਆਪਣੀ ਖੁੱਡ ਵਿੱਚ ਰਹਿ ਕੇ, ਬਿੱਲ ਵਿੱਚ ਰਹਿ ਕੇ ਬੜਾ ਗਰਬ ਕਰਦਾ ਹੈ, ਹੰਕਾਰ ਕਰਦਾ ਹੈ। ਉਹ ਕਹਿੰਦੇ ਪਤਾ ਨਹੀਂ ਮੈਂ ਕਿੱਡੀ ਕੁ ਮਲਕੀਅਤ ਦਾ ਮਾਲਕ ਹਾਂ, ਪਤਾ ਨਹੀਂ ਹੁਣ ਮੈਨੂੰ ਕੋਈ ਕਿਸੇ ਗੱਲ ਦਾ ਫਿਕਰ ਚਿੰਤਾ ਨਹੀਂ ਰਹੀ। ਸਾਹਿਬ ਜੀ ਕਹਿੰਦੇ ਮਨਾ ਤੂੰ ਵੀ ਤੇ ਇਸ ਤਨ ਰੂਪੀ ਖੁੱਡ ਵਿੱਚ ਰਹਿ ਕੇ ਮਾਨ ਕਰਦੇ ਦਿਨ ਰਾਤ। ਇਹ ਤਨ ਦੇ ਖੁੱਡ ਵਿੱਚ ਰਹਿ ਕੇ ਮਨ ਵੀ ਤੇ ਹੰਕਾਰ ਕਰਦਾ ਨਾ ਜੀ। ਪਰ ਕਬੀਰ ਸਾਹਿਬ ਨੇ ਇਸ ਮਨ ਦਾ ਹੰਕਾਰ ਤੋੜਿਆ। ਕਦੀ ਤੁਸੀਂ ਕਬੀਰ ਸਾਹਿਬ ਜੀ ਦੇ ਸ਼ਲੋਕ ਪੜ੍ਹਨਾ, ਤੇ ਕਬੀਰ ਸਾਹਿਬ ਨੇ ਆਪਣੇ ਸ਼ਲੋਕਾਂ ਦੇ ਵਿੱਚ ਆਖਿਆ, ਕਬੀਰ ਸਾਹਿਬ ਜੀ ਕਹਿੰਦੇ ਨੇ ਮਨਾ ਨਾ ਤੇ ਤੂੰ ਉੱਚੇ ਮਹੱਲ ਦਾ ਕਦੀ ਗੁਮਾਨ ਕਰੀ, ਨਾ ਹੀ ਤੂੰ ਸਜਣਾ ਸੋਹਣੇ ਰੰਗ ਦਾ ਕਦੀ ਮਾਨ ਕਰੀ। ਤੇ ਮਨ ਨੂੰ ਕਬੀਰ ਸਾਹਿਬ ਜੀ ਕਹਿੰਦੇ ਨੇ ਨਾ ਹੀ ਤੂੰ ਆਪਣੇ ਇਸ ਧਨ ਦੌਲਤ ਦਾ ਕਦੀ ਮਾਨ ਕਰੀ, ਕਿਉਂਕਿ ਤੇਰੀ ਜ਼ਿੰਦਗੀ ਇਸ ਤਰ੍ਹਾਂ ਹੈ ਜਿਵੇਂ ਸਮੁੰਦਰ ਦੇ ਵਿੱਚ ਬੇੜੀ ਹੋਵੇ, ਤੇ ਪਤਾ ਨਹੀਂ ਇਸ ਬੇੜੀ ਨੇ ਕਦੋਂ ਪਲਟ ਜਾਣਾ ਤੇ ਤੇਰਾ ਸਾਰਾ ਕੁਝ ਧਰੇ ਦਾ ਧਰਾਇਆ ਰਹਿ ਜਾਣਾ ਹੈ। ਕਬੀਰ ਸਾਹਿਬ ਜੀ ਦੇ ਸ਼ਲੋਕ ਨੇ ਸਾਰੇ ਇਕੱਠੇ ਹੀ ਨੇ। ਉਹ ਕਬੀਰ ਗਰਬ ਨਾ ਕੀਜੀਐ ਚਾਮ ਲਪੇਟੇ ਹਾਡ, ਕਬੀਰ ਗਰਬ ਨਾ ਕੀਜੀਐ ਉੱਚਾ ਦੇਖ ਆਵਾਸ।
ਕਬੀਰ ਗਰਭ ਨਾ ਕੀਜੀਐ ਦੇਹੀ ਦੇਖ ਸੁਰੰਗ, ਕਬੀਰ ਗਰਭ ਨਾ ਕੀਜੀਐ ਰੰਕ ਨਾ ਹਸੀਐ ਕੋਏ। ਸਾਰਾ ਕੁਝ ਕਬੀਰ ਸਾਹਿਬ ਕਹਿੰਦੇ ਇਹਨਾਂ ਚੀਜ਼ਾਂ ਦਾ ਮਾਨ ਨਾ ਕਰੀ, ਕਿਉਂਕਿ ਇਸ ਤਨ ਦੀ ਜਿਹੜੀ ਔਕਾਤ ਹੈ, ਇਸ ਤਨ ਦੀ ਪਾਇਆ ਹੈ, ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਉਹ ਇੰਨੀ ਕੁ ਹੈ ਕਿ ਖਿੰਨ ਮੈਂ ਕੌੜੇ ਹੋਏ ਗਏ। ਇੱਕ ਖਿੰਨ ਦੇ ਵਿੱਚ ਪਦਾਰਥ ਉਹੀ ਰਹਿੰਦੇ ਨੇ, ਘਰ ਦੇ ਵਿੱਚ ਪਦਾਰਥ ਨਹੀਂ ਮੁੱਕਦੇ ਇੱਕੋ ਦਮ। ਇਹ ਨਹੀਂ ਹੁੰਦਾ ਕਿ ਅਸੀਂ ਸੁੱਤੇ ਹਾਂ ਤੇ ਸਵੇਰ ਨੂੰ ਤਜ਼ੋਰੀਆਂ ਖਾਲੀ ਹੋ ਜਾਣ ਜਾਂ ਸਾਡੀਆਂ ਦੁਕਾਨਾਂ ਫੈਕਟਰੀਆਂ ਕਾਰੋਬਾਰ ਮੁੱਕ ਜਾਣ, ਨਾ, ਉਹ ਸਾਰਾ ਕੁਝ ਉਸੇ ਤਰ੍ਹਾਂ ਦਾ ਉਸੇ ਤਰ੍ਹਾਂ ਰਹਿੰਦਾ, ਬਸ ਭੋਗਣ ਵਾਲਾ ਕੋਈ ਨਹੀਂ ਰਹਿੰਦਾ, ਭੋਗਣ ਵਾਲਾ ਕੋਈ ਨਹੀਂ ਰਹਿੰਦਾ। ਤੇ ਉਹਦੇ ਵਾਸਤੇ ਤੇ ਖਤਮ ਹੀ ਹੈ ਨਾ ਜੀ ਸਭ ਕੁਝ। ਖਿੰਨ ਮੈਂ ਕੌੜੇ ਹੋਏ ਗਏ, ਇੱਕ ਖਿੰਨ ਵਿੱਚ ਸਾਰਾ ਕੁਝ ਕੌੜਾ ਹੋ ਜਾਂਦਾ। ਤੋ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੇ ਮਨਾ ਤੂੰ ਇੱਕ ਚੂਹੇ ਦੀ ਨਿਆਈ, ਜਿਵੇਂ ਚੂਹਾ ਆਪਣੀ ਬਿੱਲ ਵਿੱਚ ਰਹਿ ਕੇ ਮਾਨ ਕਰਦਾ, ਤੂੰ ਵੀ ਤੇ ਤਨ ਰੂਪੀ ਖੁੱਡ ਦਾ ਮਾਨ ਕਰਦਾ। ਵੈਸੇ ਨਾ ਇਸ ਮਨ ਨੂੰ ਗੁਰੂ ਪਾਤਸ਼ਾਹ ਨੇ ਚੂਹਾ ਕਿਹਾ, ਤੇ ਚੂਹੇ ਦੇ ਹੋਰ ਵੀ ਇੱਕ ਸੁਭਾਅ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਆਇਆ ਹੈ। ਇੱਕ ਹੋਰ ਅਰਜ਼ ਕਰਾਂ, ਕਦੀ ਵੀ ਇਹ ਨਾ ਸੋਚ ਲੈਣਾ ਕਿ ਚੂਹਾ, ਕੋਈ ਉੱਲੂ, ਕੋਈ ਬਿੱਲੀ, ਜਿੰਨੀਆਂ ਵੀ ਨਾਲ ਗੁਰੂ ਸਾਹਿਬ ਨੇ ਜੀਵ ਨੂੰ ਤੋਲਿਆ, ਇਹ ਮਾੜੀਆਂ ਜੂਨਾਂ ਨਹੀਂ ਹਨ। ਇਹ ਜੂਨਾਂ ਮਾੜੀਆਂ ਨਹੀਂ ਹੋ ਸਕਦੀਆਂ ਕਦੀ ਵੀ, ਕਿਉਂਕਿ ਪਰਮਾਤਮਾ ਨੇ ਬਣਾਈਆਂ ਹੋਈਆਂ। ਜਿਹੜੀ ਵੀ ਚੀਜ਼ ਅਕਾਲ ਪੁਰਖ ਪਰਮੇਸ਼ਰ ਨੇ ਬਣਾ ਦਿੱਤੀ, ਉਹ ਚੀਜ਼ ਕੋਈ ਵੀ ਪਿਆਰ ਵਾਲਿਓ ਮਾੜੀ ਨਹੀਂ ਹੋ ਸਕਦੀ, ਕਿਉਂਕਿ ਕਰਤਾ ਉਹਦਾ ਪਰਮਾਤਮਾ ਹੈ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਉਂ ਕਿਹਾ ਵੀ ਤੂੰ ਮਨਾ ਚੂਹੇ ਵਰਗਾ? ਉਹਦਾ ਕਾਰਨ ਇਹ ਹੈ, ਚੂਹਾ ਆਪਣੇ ਆਪ ਵਿੱਚ ਮਾੜਾ ਨਹੀਂ, ਪਰ ਹਾਂ ਜੇ ਇਨਸਾਨ ਹੋ ਕੇ ਕਰਤੂਤਾਂ ਚੂਹੇ ਵਾਲੀਆਂ ਕਰਦਾ, ਉਹ ਮਾੜੀਆਂ। ਜਿਵੇਂ ਪਾਣੀ ਆਪਣੇ ਆਪ ਵਿੱਚ ਤੇ ਮਾੜਾ ਨਹੀਂ ਹੈ, ਪਰ ਜਦੋਂ ਉਹ ਦੁੱਧ ਵਿੱਚ ਪਾ ਕੇ ਕੋਈ ਵੇਚਦਾ ਸੀ, ਕਹਿੰਦੇ ਆ ਵੀ ਇਹ ਤੇ ਚੰਗਾ ਦੁੱਧ ਨਹੀਂ ਹੈ। ਇਸੇ ਤਰ੍ਹਾਂ ਇਨਸਾਨ ਤੋਂ ਇਨਸਾਨੀਅਤ ਦੀ ਉਮੀਦ ਕੀਤੀ ਜਾਂਦੀ ਹੈ, ਤੇ ਜੇ ਕਿਤੇ ਇਨਸਾਨ ਹੋ ਕੇ ਕਰਤੂਤ ਜਾਨਵਰਾਂ ਵਾਲੀ ਕਰਦਾ ਹੈ, ਪੰਛੀਆਂ ਵਾਲੀ, ਪਸ਼ੂਆਂ ਵਾਲੀ ਕਰਦਾ ਹੈ, ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹ ਭਲੀ ਗੱਲ ਨਹੀਂ। ਬੇਨਤੀ ਕਰ ਰਿਹਾ ਸਾਂ, ਚੂਹੇ ਦਾ ਇੱਕ ਹੋਰ ਵੀ ਸੁਭਾਅ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਮਹਾਰਾਜ ਜੀ ਨੇ ਦੱਸਿਆ। ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸਾਕਤ ਕੀ ਅਵਰਦਾ ਜਾਏ ਬਿਰਥਾਰੀ, ਜਿਉ ਕਾਗਦ ਕੇ ਭਾਰ ਮੂਸਾ ਟੂਕ ਗਵਾਵਤ, ਕਾਮ ਨਹੀਂ ਗਾਵਾਰੀ। ਕਹਿੰਦੇ ਕਿਸੇ ਲਾਇਬ੍ਰੇਰੀ ਦੇ ਅੰਦਰ ਜਿੱਥੋਂ ਲੋਕਾਂ ਨੇ ਪੜ੍ਹ ਕੇ ਕੋਈ ਇਸ ਦੁਨੀਆ ਦੇ ਅੰਦਰ ਉੱਚੇ ਤੋਂ ਉੱਚੇ ਅਹੁਦੇ ਦੇ ਵਿੱਚ ਪਹੁੰਚ ਗਿਆ, ਕੋਈ ਡਾਕਟਰ ਬਣ ਗਿਆ, ਕੋਈ ਇੰਜੀਨੀਅਰ ਬਣ ਗਿਆ, ਕੋਈ ਸਾਇੰਟਿਸਟ ਬਣ ਗਿਆ, ਉਸੇ ਲਾਇਬ੍ਰੇਰੀ ਦੇ ਵਿੱਚ ਇੱਕ ਚੂਹਾ ਵੜਦਾ ਹੈ, ਤੇ ਸਾਰੀ ਰਾਤ ਉਸ ਚੂਹੇ ਨੇ ਉਸ ਲਾਇਬ੍ਰੇਰੀ ਦੇ ਵਿੱਚ ਗੁਜ਼ਾਰੀ। ਕਿੰਨੀਆਂ ਕਿਤਾਬਾਂ ਪਈਆਂ ਸਨ ਤੇ ਉਹਨਾਂ ਨੂੰ ਟੁਕਣਾ ਸ਼ੁਰੂ ਕਰ ਦਿੱਤਾ। ਸਾਰੀ ਰਾਤ ਕਿਤਾਬਾਂ ਨੂੰ ਟੁਕਦਾ ਰਿਹਾ, ਟੁਕਦਿਆਂ ਉਹਨਾਂ ਕਿਤਾਬਾਂ ਨੂੰ ਸਵੇਰ ਤੱਕ ਬਹੁਤੀਆਂ ਕਿਤਾਬਾਂ ਨੂੰ ਉਹਨੇ ਕੂੜਾ ਬਣਾ ਦਿੱਤਾ। ਹੁਣ ਜਿਹੜੇ ਲੋਕ ਉੱਥੋਂ ਪੜ੍ਹ ਕੇ ਕੋਈ ਇੰਜੀਨੀਅਰ ਬਣਿਆ ਸੀ, ਕੋਈ ਸਾਇੰਟਿਸਟ ਬਣਿਆ ਸੀ, ਕੋਈ ਡਾਕਟਰ ਬਣਿਆ ਸੀ, ਉਹਨਾਂ ਨੇ ਵੀ ਉਹਨਾਂ ਕਿਤਾਬਾਂ ਨੂੰ ਹੱਥ ਲਾਇਆ, ਇੱਕ ਉਸ ਕਿਤਾਬ ਦੇ ਪੇਜ ਦੇ ਉਹਨਾਂ ਨੇ ਦੀਦਾਰ ਕੀਤੇ ਤੇ ਉਹ ਇਸ ਅਹੁਦੇ ਤੇ ਪਹੁੰਚ ਗਿਆ। ਹੁਣ ਚੂਹੇ ਨੇ ਵੀ ਸਾਰੀ ਰਾਤ ਕਿੰਨੀ ਮਿਹਨਤ ਕੀਤੀ, ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਚੂਹੇ ਨੂੰ ਕੀ ਹਾਸਲ ਹੋਇਆ? ਕੁਝ ਵੀ ਨਹੀਂ। ਉਹਨੇ ਤੇ ਸਗੋਂ ਉਹ ਕਿਤਾਬਾਂ ਨੂੰ ਵੀ ਬੇਕਾਰ ਕਰ ਦਿੱਤਾ, ਉਹਨੂੰ ਤੇ ਕੋਈ ਲਾਭ ਨਾ ਹੋਇਆ, ਕੋਈ ਫਾਇਦਾ ਨਾ ਹੋਇਆ। ਸਤਿਗੁਰੂ ਕਹਿੰਦੇ ਨੇ ਸਾਕਤ ਬੰਦੇ ਦੀ ਉਮਰ ਇਸੇ ਤਰ੍ਹਾਂ ਗੁਜ਼ਰਦੀ ਹੈ, ਜ਼ਿੰਦਗੀ ਜਿਉਂਦਾ ਹੈ, ਪਦਾਰਥਾਂ ਨੂੰ ਭੋਗਦਾ ਹੈ, ਬਹੁਤ ਕੁਝ, ਇੱਥੋਂ ਤੱਕ ਕਿ ਧਾਰਮਿਕ ਕਰਮ ਵੀ ਬਹੁਤ ਕਰਦਾ ਹੈ, ਪਰ ਉਹਦੇ ਬਾਵਜੂਦ ਗੁਰਸਿੱਖ ਪਿਆਰਿਓ ਹਾਸਲ ਕੁਝ ਨਹੀਂ ਕਰਦਾ। ਇੱਕ ਚੂਹਾ ਦਾ ਇਹ ਵੀ ਸੁਭਾਅ ਹੈ। ਇੱਕ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੇ ਵੀ ਚੂਹੇ ਦੀ ਗੱਲ ਕੀਤੀ। ਉਹ ਕਹਿੰਦੇ ਚੂਹਾ, ਇੱਥੇ ਮਨ ਨੂੰ ਚੂਹਾ ਕਿ ਹੰਕਾਰ ਕਰਦੇ, ਇੱਕ ਚੂਹੇ ਨੇ ਖੁੱਡ ਪੁੱਟੀ
ਤੇ ਖੁੱਡ ਪੁੱਟ ਕੇ ਉਹਦੇ ਵਿੱਚ ਜਾ ਕੇ ਬਹਿ ਗਿਆ ਤੇ ਬੜਾ ਹੰਕਾਰ ਕਰਨ ਲੱਗ ਪਿਆ। ਕਹਿੰਦੇ ਹੁਣ ਤੇ ਆਪਣਾ ਘਰ ਬਣ ਗਿਆ, ਹੁਣ ਪਰਵਾਹ ਕਿਸੇ ਗੱਲ ਦੀ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਕਹਿੰਦੇ ਇੰਨੇ ਨੂੰ ਇੱਕ ਸੱਪ ਆਇਆ ਤੇ ਉਹ ਚੂਹੇ ਦੀ ਖੁੱਡ ਦੇ ਵਿੱਚ ਵੜ ਗਿਆ। ਉਹਨੇ ਵੇਖਿਆ ਵੀ ਸਾਹਮਣੇ ਚੂਹਾ ਹੈ, ਨਾਲੇ ਤੇ ਚੂਹੇ ਨੂੰ ਮਾਰ ਕੇ ਖਾ ਗਿਆ ਤੇ ਨਾਲੇ ਉਸ ਦੀ ਬਿੱਲ ਦੇ ਉੱਤੇ ਉਹਦੀ ਖੁੱਡ ਉੱਤੇ ਕਬਜ਼ਾ ਕਰ ਲਿਆ। ਭਾਈ ਗੁਰਦਾਸ ਸਾਹਿਬ ਜੀ ਨੇ ਬੰਦੇ ਦੀ ਗੱਲ ਕੀਤੀ, ਇਹਦੇ ਵਿੱਚ ਵੀ ਉਦਾਹਰਣ ਦਿੱਤੀ ਹੈ ਕਿ ਬੰਦਾ ਸਾਰੀ ਜ਼ਿੰਦਗੀ ਇਹ ਮਹਿਲ ਮਾੜੀਆਂ ਇਸ ਸੰਸਾਰ ਨੂੰ ਜੋੜਦਿਆਂ ਪਤਾ ਨਹੀਂ ਕਿੰਨੇ ਕੁ ਪਾਪ ਕਰਦਾ ਹੈ। ਹਾਲਾਂਕਿ ਇਹ ਪਦਾਰਥ ਵੀ ਪਰਮਾਤਮਾ ਦੀਆਂ ਦਾਤਾਂ ਨੇ, ਪਰ ਉਦੋਂ ਤੱਕ ਜਦੋਂ ਤੱਕ ਅਸੀਂ ਇਹਨਾਂ ਦੀ ਰਾਹੀਂ ਆਪਣੇ ਈਮਾਨ ਤੇ ਕਾਇਮ ਰਹਿ ਸਕੀਏ, ਇਹਨਾਂ ਪਦਾਰਥਾਂ ਦੀ ਰਾਹੀਂ ਪਰਮਾਤਮਾ ਦੇ ਸ਼ੁਕਰ ਵਿੱਚ ਜੁੜ ਸਕੀਏ, ਉਦੋਂ ਤੱਕ। ਨਹੀਂ ਤੇ ਗੁਰਮੁਖ ਪਿਆਰਿਓ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਜੈਸੇ ਧਰ ਖੋਦ ਖੋਦ ਕਰ ਬਿਲ ਸਾਜੈ ਮੂਸਾ, ਪੈਸਤ ਸਰਪ ਧਾਏ ਖਾਏ ਤਾਹੇ ਮਾਰ ਕੈ। ਕਹਿੰਦੇ ਚੂਹਾ ਧਰਤੀ ਖੋਦ ਖੋਦ ਕੇ ਬਿੱਲ ਸਾਜਦਾ, ਸੱਪ ਆਉਂਦਾ ਮਾਰ ਕੇ ਚੂਹਾ ਵੀ ਖਾ ਜਾਂਦਾ ਤੇ ਉਸ ਬਿੱਲ ਉਸ ਖੁੱਡ ਉੱਤੇ ਕਬਜ਼ਾ ਵੀ ਕਰ ਲੈਂਦਾ। ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ, ਮਨਾ ਤੇਰੀ ਵੀ ਤੇ ਹਾਲਤ ਇਹ ਹੈ, ਚੂਹੇ ਦੇ ਵਾਂਗ ਗਰਬ ਬੜਾ ਕਰਦਾ, ਕਰਤਬ ਕਰਤ ਮਹਾ ਮੁਗਨਾ, ਤੇ ਉਸ ਹੰਕਾਰ ਦਾ ਤੂੰ ਵੇੜਿਆ ਹੋਇਆ ਮੂਰਖਾਂ ਵਾਲੇ ਕੰਮ ਕਰਦਾ। ਮਨਾ ਚੂਹਿਆ, ਇਹ ਸਰੀਰ ਰੂਪੀ ਖੁੱਡ ਵਿੱਚ ਰਹਿੰਦਿਆਂ ਹੋਇਆਂ ਹੰਕਾਰ ਵੀ ਕਰਦਾ, ਤੇ ਫਿਰ ਉਸ ਹੰਕਾਰ ਨੇ ਤੇਰੀ ਮੱਤ ਉੱਤੇ ਐਸਾ ਪਰਦਾ ਪਾਇਆ ਕਿ ਤੂੰ ਕੰਮ ਵੀ ਆਪਣੇ ਮੂਰਖਾਂ ਵਾਲੇ ਬਣਾ ਲਏ, ਮੂਰਖਾਂ ਵਾਲੇ ਕੰਮ ਕਰਨੇ ਸ਼ੁਰੂ ਕਰ ਦਿੱਤੇ। ਔਰ ਦਾਤਾਰ ਦੀ ਬਾਣੀ ਨੇ ਮੂਰਖ ਦੀ ਪਰਿਭਾਸ਼ਾ ਦਿੱਤੀ ਹੈ ਇੱਕੋ ਪੰਕਤੀ ਦੇ ਵਿੱਚ, ਬੜੀ ਪਿਆਰੀ। ਸਾਹਿਬ ਜੀ ਕਹਿੰਦੇ ਮੂਰਖਾਂ ਸਿਰ ਮੂਰਖ ਹੈ, ਆਮ ਮੂਰਖ ਨਹੀਂ ਕਿਹਾ। ਦਾਤਾਰ ਕਹਿੰਦੇ ਮੂਰਖਾਂ ਤੋਂ ਵੱਡਾ ਮੂਰਖ ਉਹ ਇਨਸਾਨ ਹੈ ਜੇ ਮੰਨੈ ਨਾਹੀ ਨਾਉ, ਜਿਹੜਾ ਪਰਮਾਤਮਾ ਦੇ ਨਾਮ ਨੂੰ ਨਹੀਂ ਮੰਨਦਾ। ਪਿਆਰ ਵਾਲਿਓ, ਪਰਮੇਸ਼ਰ ਦੀ ਸਾਜੀ ਹੋਈ ਇਹ ਕੁਦਰਤ, ਭਾਵੇਂ ਕਿ ਮੈਂ ਅਰਜ਼ ਕਰਾਂ ਪਰਮਾਤਮਾ ਦੀਆਂ ਨਾਮ ਦੀਆਂ ਅਜੋਕੇ ਸਮੇਂ ਦੇ ਵਿੱਚ ਵੱਖੋ ਵੱਖਰੀਆਂ ਵਿਆਖਿਆਵਾਂ ਕਰਕੇ ਪਰਮਾਤਮਾ ਦੀ ਥਾਂ ਦੇ ਉੱਤੇ ਕਿਸੇ ਹੋਰ ਚੀਜ਼ ਨੂੰ ਟਿਕਾ ਕੇ ਰੱਬ ਦੀ ਹਾਜ਼ਰ ਨਾਜ਼ਰਤਾ ਤੋਂ ਵੀ ਇਨਸਾਨ ਇਨਕਾਰੀ ਹੋ ਰਿਹਾ ਹੈ। ਪਰ ਗੁਰਮੁਖ ਪਿਆਰਿਓ, ਪਰਮਾਤਮਾ ਦੀ ਹਸਤੀ ਇਹ ਕਿਸੇ ਦੀ ਦਲੀਲ ਦੀ ਮੁਹਤਾਜ ਨਹੀਂ ਹੈ। ਇਹ ਬੇਨਤੀ ਕਰਾਂ, ਪਰਮਾਤਮਾ ਦੀ ਹਸਤੀ ਕਿਸੇ ਵੀ ਦਲੀਲ ਦੀ ਮੁਹਤਾਜ ਨਹੀਂ। ਸੂਰਜ ਦੀ ਕਿਰਨਾਂ ਇਸ ਧਰਤੀ ਤੇ ਪੈ ਰਹੀਆਂ ਨੇ, ਇਸ ਧਰਤੀ ਉੱਤੇ ਰੋਸ਼ਨੀ ਹੈ, ਇਹ ਗੱਲ ਦਾ ਸਬੂਤ ਹੈ ਕਿ ਸੂਰਜ ਵੀ ਹੈ। ਇਹ ਸਬੂਤ ਸਭ ਤੋਂ ਵੱਡਾ ਉਹਦੀ ਹੋਂਦ ਦਾ ਇਹੀ ਹੈ ਕਿ ਉਹਦੀਆਂ ਕਿਰਨਾਂ ਇਸ ਸੰਸਾਰ ਤੇ ਹਨ। ਹਾਲਾਂਕਿ ਅਸੀਂ ਸੂਰਜ ਨੂੰ ਛੂਹਿਆ ਨਹੀਂ, ਇਹਨਾਂ ਅੱਖਾਂ ਵਿੱਚ ਇੰਨੀ ਤਾਕਤ ਨਹੀਂ ਕਿ ਅਸੀਂ ਸੂਰਜ ਨੂੰ ਵੇਖ ਸਕੀਏ, ਪਰ ਉਹਦੀਆਂ ਕਿਰਨਾਂ, ਇਹ ਰੋਸ਼ਨੀ ਇਸ ਗੱਲ ਦੀ ਹਾਜ਼ਰੀ ਭਰਦੀ ਹੈ, ਗਵਾਹੀ ਭਰਦੀ ਹੈ ਕਿ ਭਾਈ ਇਹ ਜਿਹੜੀਆਂ ਕਿਰਨਾਂ ਨੇ ਇਹ ਸੂਰਜ ਦੀ ਹੋਂਦ ਕਰਕੇ ਨੇ। ਦਾਤਾਰ ਪਿਤਾ ਮਹਾਰਾਜ ਜੀ ਨੇ ਕਹਿੰਦੇ, ਮੂਰਖਾਂ ਸਿਰ ਮੂਰਖ ਹੈ ਜੇ ਮੰਨੈ ਨਾਹੀ ਨਾਉ, ਜਿਹੜਾ ਨਾਮ ਨੂੰ ਨਹੀਂ ਪਿਆਰਿਓ ਮੰਨਦਾ। ਤੇ ਬੰਦਾ ਵੀ ਤੇ ਰੱਬ ਦੇ ਨਾਮ ਤੋਂ ਮੁਨਕਰ ਹੋਇਆ। ਇਸ ਕਰਕੇ ਦਾਤਾਰ ਕਹਿੰਦੇ, ਕਰਤਬ ਕਰਤ ਮਹਾ ਮੁਗਨਾ, ਸੰਪਤ ਦੋਲ ਝੋਲ ਸੰਗ ਝੂਲਤ। ਬੜੇ ਪਿਆਰੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਤਰੀਕੇ ਦੇ ਨਾਲ ਮਨੁੱਖ ਨੂੰ ਸਮਝਾਇਆ। ਤੇ ਪਿਆਰਿਓ, ਕਿਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਗੋਦ ਵਿੱਚ ਬਹਿ ਕੇ ਨਾ ਇਸ ਬਾਣੀ ਨੂੰ ਅਸੀਂ ਮਾਫ ਕਰਨਾ, ਇਹ ਵੀ ਅਰਜ਼ ਕਰਾਂ, ਕੁਝ ਕੁ ਰਸਮਾਂ ਤੋਂ ਉੱਤੇ ਉੱਠ ਕੇ, ਕੁਝ ਕੁ ਰਸਮਾਂ ਜਿਹੜੀਆਂ ਅਸੀਂ ਬੱਧਾ ਚੱਟੀ ਵਾਲੀਆਂ ਰਸਮਾਂ ਬਣਾਈਆਂ, ਇਹਦੇ ਤੋਂ ਥੋੜਾ ਉਤਾਂ ਉੱਠ ਕੇ ਕਦੀ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦਾ ਆਨੰਦ ਮਾਣਨ ਦਾ ਯਤਨ ਕਰਿਓ। ਕਿਤੇ ਇਹ ਨਹੀਂ ਹੁੰਦਾ ਵੀ ਇੰਨੇ ਚਿਰ 'ਚ ਇੰਨੇ ਅੰਗ ਸਤਿਗੁਰੂ ਦੇ ਪੜ੍ਹਨੇ ਆ ਜੀ, ਫਿਰ ਅਸੀਂ ਇਸੇ ਚੀਜ਼ ਦੇ ਉੱਤੇ ਇਹ ਹੰਕਾਰ ਦਾ ਬੇਸ ਬਣ ਜਾਂਦਾ ਹੈ ਜੀ, ਮੈਂ ਤੇ ਦਿਹਾੜੀ ਵਿੱਚ ਇੰਨੀ ਬਾਣੀ ਪੜ੍ਹ ਕੇ ਹੀ ਸੌਣਾ। ਗੁਰੂ ਪਾਤਸ਼ਾਹ ਨਹੀਂ ਕਹਿੰਦੇ,
ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਨੇ, ਕਿਆ ਪੜੀਐ ਕਿਆ ਗੁਨੀਐ, ਕਿਆ ਵੇਦ ਪੁਰਾਨਾ ਸੁਣੀਐ। ਪੜੇ ਸੁਨੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਦਾਤਾਰ ਨੇ ਅਨਮਤ ਦੇ ਗ੍ਰੰਥਾਂ ਵੱਲ ਉਂਗਲ ਨਹੀਂ ਕੀਤੀ, ਇਹ ਯਾਦ ਰੱਖਣਾ। ਅਨਮਤ ਦੇ ਗ੍ਰੰਥਾਂ ਵੱਲ ਉਂਗਲ ਨਹੀਂ ਕੀਤੀ, ਕਿਉਂਕਿ ਅਸੀਂ ਗੁਰੂ ਨਾਨਕ ਦੇ ਬੱਚੇ ਅਖਵਾਉਂਦੇ ਆ। ਇਸ ਕਰਕੇ ਸਭ ਤੋਂ ਪਹਿਲਾਂ ਇਹ ਵਿਚਾਰ ਸਾਡੇ ਤੇ ਟੁਕੇਗੀ। ਤੋ ਬੇਨਤੀ ਕਰ ਰਿਹਾ ਸਾਂ, ਦਾਤਾਰ ਆਖਦੇ ਸੰਪਤ ਦੋਲ। ਦੋਲ ਦਾ ਭਾਵ ਕੀ ਹੁੰਦਾ? ਪੀਂਗ। ਜਦੋਂ ਨਿਆਣਾ ਕਿਤੇ ਬਹੁਤਾ ਰੋਣ ਲੱਗ ਪਏ, ਮਾਂ ਨੇ ਕਰਨਾ ਹੋਵੇ ਕੰਮ ਤੇ ਮਾਂ ਉਹਨੂੰ ਪੰਘੂੜੇ ਵਿੱਚ ਪਾ ਦਿੰਦੀ ਹੈ, ਜਾਂ ਫਿਰ ਘਰ ਦੇ ਵਿੱਚ ਝੂਲੇ ਬਣਾਏ ਹੁੰਦੇ ਨੇ, ਆਪ ਜੀ ਜਾਣਦੀ ਉਹ ਸਾਰੇ। ਮਾਂ ਬੱਚੇ ਨੂੰ ਉੱਥੇ ਪਾ ਦਿੰਦੀ। ਉਹ ਹੁਲਾਰੇ ਐਸੇ ਹੁੰਦੇ ਐ ਕਿ ਬੰਦਾ, ਉਹ ਬੱਚਾ ਰੋਂਦਾ ਰੋਂਦਾ ਚੁੱਪ ਕਰ ਜਾਂਦਾ ਹੈ, ਸੌਂ ਜਾਂਦਾ ਹੈ, ਨੀਂਦਰ ਦੇ ਵਿੱਚ ਆ ਜਾਂਦਾ ਹੈ। ਦਾਤਾਰ ਜੀ ਕਹਿੰਦੇ ਨੇ, ਇਸ ਇਨਸਾਨ ਵਾਸਤੇ ਵੀ ਇੱਕ ਮਾਇਆ ਦਾ ਝੂਲਾ ਹੈ। ਸੰਪਤੀ ਦੇ ਪੀਂਗ ਵਿੱਚ, ਸੰਪਤੀ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਹੈ, ਜਿਵੇਂ ਧਨ ਦੌਲਤ ਵੀ ਹੋ ਸਕਦੀ ਹੈ, ਮਹਿਲ। ਸਾਡੇ ਗਿਆਨ ਵੀ ਸਾਡਾ ਸੰਪਤੀ ਹੁੰਦੀ ਹੈ, ਸਾਡੇ ਕਰਮ ਵੀ ਸਾਡੀ ਸੰਪਤੀ ਹੈ। ਪਾਤਸ਼ਾਹ ਜੀ ਕਹਿੰਦੇ, ਸੰਪਤ ਦੋਲ। ਸੰਪਤੀ ਦੀ ਮਾਇਆ ਦੀ ਪੀਂਗ ਦੇ ਵਿੱਚ ਝੋਲ ਸੰਗ ਝੂਲਤ, ਹੁਲਾਰੇ ਲੈ ਰਿਹਾ ਹੈ, ਝੂਲਦਾ ਪਿਆ। ਇਸ ਪੀਂਗ ਦੇ ਵਿੱਚ, ਮਾਇਆ ਦੀ ਪੀਂਗ ਵਿੱਚ ਪੈ ਕੇ ਇਨਸਾਨ ਝੂਲਦਾ ਪਿਆ, ਔਰ ਗਾਫਲਤਾ ਦੀ ਨੀਂਦ ਵਿੱਚ ਐਸਾ ਸੁੱਤਾ ਹੈ। ਗੁਰੂ ਪਾਤਸ਼ਾਹ ਮਹਾਰਾਜ ਜੀ ਆਵਾਜ਼ਾਂ ਮਾਰਦੇ ਹੀ ਰਹਿ ਗਏ। ਸਾਹਿਬ ਜੀ ਕਹਿੰਦੇ, ਜਾਗ ਲੈ ਹੋ ਰੇ ਮਨਾ ਜਾਗ ਲੈ ਹੋ, ਕਹਾ ਗਾਫਲ ਸੋਇਆ। ਗੁਰੂ ਮੇਰਾ ਆਖਦਾ ਹੀ ਰਿਹਾ। ਪਾਤਸ਼ਾਹ ਕਹਿੰਦੇ ਨੇ, ਸਤਿਗੁਰੂ ਦੇ ਬਚਨ ਆਪ ਜੀ ਪੜ੍ਹਦੇ ਹੋ ਬਾਣੀ ਦੇ ਅੰਦਰ ਕਿ ਇਹ ਇਨਸਾਨ ਸੁੱਤਾ ਹੋਇਆ, ਭਾਈ ਤੂੰ ਜਾਗ ਲੈ। ਕਹਾ ਗਾਫਲ ਸੋਇਆ। ਗਾਫਲਤਾ ਦੀ ਨੀਂਦਰ ਵਿੱਚ ਗਾਫਲ ਬਣ ਕੇ ਕਿਉਂ ਸੁੱਤਾ ਪਿਆ ਹੈ? ਇਹ ਨੀਂਦ ਬਹੁਤ ਤੰਗ ਕਰੇਗੀ। ਤਨ ਦੀ ਨੀਂਦ ਹੈ, ਅੱਜ ਡਾਕਟਰ ਕਹਿੰਦੇ ਲੈਣੀ ਜ਼ਰੂਰੀ ਹੈ, ਤੂੰ ਇੰਨਾ ਚਿਰ ਸੌਂ ਜਾ, ਸੋਇਆ ਕਰ ਜ਼ਰੂਰ। ਪਰ ਗੁਰੂ ਮੇਰਾ ਕਹਿੰਦਾ, ਭਾਈ ਗਾਫਲਤਾ ਦੀ ਨੀਂਦਰ ਵਿੱਚ ਇੱਕ ਖਿੰਨ ਵੀ ਨਾ ਸੋਵੀਂ। ਪਰ ਜਦੋਂ ਤੂੰ ਸੌਂ ਗਿਆ, ਇਸ ਬੁਰਾਈਆਂ ਨੇ, ਇਸ ਵਿਸ਼ੇ ਵਿਕਾਰਾਂ ਨੇ ਤੇਰਾ ਇਹ ਅਧਿਆਤਮਕ ਖਜ਼ਾਨਾ ਲੁੱਟ ਲੈਣਾ। ਤੇਰੇ ਅੰਦਰੋਂ ਗੁਣਾਂ ਦੀ ਜਿਹੜੀ ਦਾਤ ਪਰਮਾਤਮਾ ਪਰਮੇਸ਼ਰ ਨੇ ਬਖਸ਼ਿਸ਼ ਕੀਤੀ ਹੈ, ਲੁੱਟੀ ਜਾਣੀ ਹੈ। ਦਾਤਾਰ ਕਹਿੰਦੇ, ਗਾਫਲਤਾ ਦੀ ਨੀਂਦਰ ਨਾ ਸੋਵੀਂ। ਪਰ ਇਨਸਾਨ ਸੰਪਤ ਦੋਲ, ਝੋਲ ਸੰਗ ਝੂਲਤ, ਮਾਇਆ ਮਗਨ ਭ੍ਰਮਤ ਘੁਗਨਾ। ਇੱਥੇ ਉੱਲੂ ਦੀ ਉਦਾਹਰਣ ਦਿੱਤੀ। ਸਤਿਗੁਰੂ ਕਹਿੰਦੇ, ਮਾਇਆ ਵਿੱਚ ਮਸਤ ਹੋਇਆ ਬੰਦਾ ਇਸ ਤਰ੍ਹਾਂ ਭਰਮਦਾ ਹੈ ਜਿਵੇਂ ਘੁਗਨਾ ਉੱਲੂ ਹੁੰਦਾ ਹੈ। ਉੱਲੂ ਤੇ ਉੱਲੂ, ਉਹ ਸੂਰਜ ਨੂੰ ਵੇਖਣ ਦੀ ਸਮਰੱਥਾ ਨਹੀਂ ਹੁੰਦੀ ਉਹਦੇ ਵਿੱਚ। ਜਿਹਦੀ ਸੁਰਤ ਉੱਤੇ ਮਾਇਆ ਦਾ ਪ੍ਰਭਾਵ ਪੈ ਗਿਆ, ਉਹ ਪਰਮਾਤਮਾ ਪਰਮੇਸ਼ਰ ਨੂੰ ਨਹੀਂ ਵੇਖ ਸਕੇਗਾ, ਨਾ ਨਿਰਗੁਣ ਰੂਪ ਦੇ ਵਿੱਚ, ਨਾ ਸਰਗੁਣ ਸਰੂਪ ਦੇ ਵਿੱਚ। ਅੱਜ ਸਾਡੇ ਦੁਨੀਆ ਦਾ ਜਿਹੜਾ ਹਾਲ ਹੈ, ਇਹੀ ਤੇ ਹੈ। ਵੱਖੋ ਵੱਖਰੇ ਤਰੀਕਿਆਂ ਦੇ ਨਾਲ ਬੰਦੇ ਦੀ ਸੁਰਤ ਨੂੰ ਮਾਇਆ ਨੇ ਘੇਰਾ ਪਾਇਆ ਹੋਇਆ, ਉਹਨੂੰ ਵੇਖ ਹੀ ਨਹੀਂ ਰਿਹਾ ਪਰਮਾਤਮਾ। ਕਿੱਥੇ ਸਾਡਾ ਸਤਿਗੁਰੂ ਸੱਚੇ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਸਨ ਕਿ ਇਹ ਜਿਹੜੀ ਜ਼ਾਤ ਮਨੁੱਖਾ ਜ਼ਾਤ ਹੈ, ਇਹਦੇ ਤੋਂ ਅਗਾਂਹ ਜਾ ਕੇ ਕਿਤੇ ਤੁਸੀਂ ਜ਼ਾਤ ਰੂਪ ਤੋਂ ਅਗਾਂਹ ਬੰਦੇ ਦੀ ਜੋਤ ਨੂੰ ਪਹਿਚਾਨੋ। ਜਾਣੋ ਜੋਤ ਨਾ ਪੁੱਛੋ ਜ਼ਾਤੀ, ਅੱਗੇ ਜ਼ਾਤ ਨਾ ਹੈ, ਗੁਰੂ ਤੇ ਆਖਦਾ ਸੀ। ਪਰ ਜ਼ਾਤਾਂ ਪਾਤਾਂ ਦੇ ਵਿੱਚ ਉਲਝ ਕੇ ਅੱਜ ਇਨਸਾਨ ਦਾ ਦੁਸ਼ਮਣ ਬਣ ਗਿਆ। ਪਿਆਰ ਵਾਲਿਓ, ਅਰਜ਼ ਕਰਾਂ, ਕਿਸੇ ਨੇ ਸਵਾਰਥ ਕਰਕੇ ਸਾਡੇ ਜੀਵਨ ਦੇ ਵਿੱਚ ਐਸੀ ਇੱਕ ਚਿਣਗ ਲਾਈ ਇਹਨਾਂ ਜ਼ਾਤਾਂ ਪਾਤਾਂ ਦੀ। ਆਪਣੇ ਘਰਾਂ ਦੇ ਵਿੱਚ ਚਿਣਗ ਲਾਉਣ ਵਾਲੇ ਆਰਾਮ ਨਾਲ ਸੁੱਤੇ ਹੋਏ ਆ, ਤੇ ਅੱਜ ਸਾਰਾ ਸੰਸਾਰ ਉਸ ਚਿਣਗ ਦੇ ਨਾਲ ਸੜ ਬਲ ਰਿਹਾ।
ਇਹੀ ਤੇ ਦਾਤਾਰ ਕਹਿੰਦੇ ਜਿਵੇਂ ਉੱਲੂ ਨੂੰ ਰੱਬ ਇਹ ਸੂਰਜ ਦਿਖਾਈ ਨਹੀਂ ਦਿੰਦਾ, ਤਿਵੇਂ ਹੀ ਮਾਇਆ ਵਿਹੜੇ ਇਨਸਾਨ ਨੂੰ ਅਕਾਲ ਪੁਰਖ ਪਰਮੇਸ਼ਰ ਦੀ ਹੋਂਦ ਦਾ ਅਹਿਸਾਸ ਨਹੀਂ ਹੁੰਦਾ। ਇਹ ਸਾਰਾ ਮਾਇਆ ਦੇ ਪਏ ਹੋਏ ਪ੍ਰਭਾਵ ਦਾ ਅਸਰ ਹੈ। ਫਿਰ ਦਾਤਾਰ ਕਹਿੰਦੇ ਸੁਤ ਬਨਤਾ ਸਾਜਨ ਸੁਖ ਬੰਧਪ ਤਾਸਿਓ ਮੋਹ ਬੜਿਓ ਸੁਖ ਘਨਾ। ਇਹਨਾਂ ਦੇ ਨਾਲ ਮੋਹ ਵੱਧ ਗਿਆ ਤੇ ਘਨਾ ਵੱਧ ਗਿਆ, ਬਹੁਤ ਜ਼ਿਆਦਾ। ਇੱਕ ਤੇ ਮੋਹ ਸਾਡੇ ਵਿੱਚ ਪਾਇਆ ਪਰਮਾਤਮਾ ਨੇ, ਰੱਬ ਨੇ ਮੋਹ ਪਾਇਆ ਸਾਡੇ ਵਿੱਚ, ਇਹ ਤੇ ਜ਼ਰੂਰੀ ਹੈ। ਇਹਦੇ ਨਾਲ ਸਾਰਾ ਸੰਸਾਰ ਚੱਲਦਾ ਹੈ। ਮੋਹ ਤੋਂ ਬਿਨਾਂ ਸੰਸਾਰ ਨਹੀਂ ਚੱਲ ਸਕਦਾ। ਮੋਹ ਹੀ ਨਾ ਹੋਵੇ, ਕਿਹੜੀ ਮਾਂ ਆਪਣੇ ਤਨ ਤੇ ਪੀੜਾਂ ਸਹਾਰ ਕੇ 9 ਮਹੀਨੇ ਆਪਣੇ ਜੀਵਨ ਨੂੰ ਸੰਜਮ ਵਿੱਚ ਰੱਖ ਕੇ ਨਿਆਣੇ ਨੂੰ ਜਨਮ ਦੇਵੇਗੀ? ਕਿਹੜੀ ਮਾਂ ਆਪਣੇ ਸਰੀਰ ਨੂੰ ਘੋਲ ਕੇ ਬੱਚੇ ਨੂੰ ਦੁੱਧ ਪਿਆਵੇਗੀ? ਇਹ ਪਰਮਾਤਮਾ ਦੇ ਮੋਹ ਦੇ ਗੁਣ ਦੀ ਹੀ ਬਰਕਤ ਹੈ। ਕਿਹੜਾ ਪਿਤਾ ਸਾਰੀ ਦਿਹਾੜੀ ਲੋਕਾਂ ਦੇ ਘਰਾਂ ਵਿੱਚ ਇੱਟਾਂ ਢੋ ਕੇ ਮਿਹਨਤ ਮਜ਼ਦੂਰੀ ਕਰਕੇ ਲੋਕਾਂ ਦੇ ਠੰਡੇ ਤੱਤੇ ਬੋਲ ਸੁਣ ਕੇ 4 ਪੈਸੇ ਲਿਆ ਕੇ ਨਿਆਣਿਆਂ ਦੇ ਮੁਖ ਵਿੱਚ ਚੀਜ਼ਾਂ ਪਾਏਗਾ? ਇਹ ਸਾਰੀ ਮੋਹ ਦੀ ਬਰਕਤ ਹੈ। ਪਰ ਪਿਆਰਿਓ, ਜਦੋਂ ਮੋਹ ਇਸਤੇਮਾਲ ਨਹੀਂ ਨਾ ਕਰਨਾ ਆਉਂਦਾ, ਵੈਸੇ ਜਿਹੜਾ ਮੋਹ ਦਾ ਵਿਕਾਸਸ਼ੀਲ ਰੂਪ ਹੈ ਉਹ ਪ੍ਰੇਮ ਹੈ। ਇੱਕ ਸੱਚਾ ਮੋਹ ਹੈ, ਉਹ ਤੇ ਰੱਬ ਨੇ ਸਾਰਿਆਂ ਵਿੱਚ ਪਾਇਆ, ਪਸ਼ੂ ਪੰਛੀਆਂ ਵਿੱਚ ਵੀ ਪਾਇਆ। ਇੱਕ ਜਿਹੜਾ ਮੋਹ ਦਾ ਵਿਕਾਸਸ਼ੀਲ ਰੂਪ ਹੈ ਉਹ ਹੈ ਪ੍ਰੇਮ। ਜਦੋਂ ਮੋਹ ਵੱਧਦਾ ਨਾ, ਗੁਰੂ ਦੀ ਕਿਰਪਾ ਸਦਕਾ, ਗੁਰੂ ਦੇ ਗਿਆਨ, ਪਰਮਾਤਮਾ ਦੀ ਬਖਸ਼ਿਸ਼ ਸਦਕਾ ਮੋਹ ਵੱਧਦਾ, ਇਹਦਾ ਵਿਕਾਸ ਹੁੰਦਾ ਤੇ ਪ੍ਰੇਮ ਬਣ ਜਾਂਦਾ ਹੈ। ਮੋਹ ਵਿਹੜੇ ਇਨਸਾਨ ਦੀ ਜਿਹੜੀ ਜ਼ਿੰਦਗੀ ਹੈ ਉਹ ਬੜੀ ਸੀਮਤ ਹੁੰਦੀ ਹੈ। ਆਪ ਜੀ ਵੇਖਣਾ, 2-4 ਜੀ ਘਰ ਦੇ, ਉਸ ਤੋਂ ਇਲਾਵਾ ਕੋਈ 5-7 ਜੀ ਉਹ ਹੋਣਗੇ ਜਿਹੜੇ ਰਿਸ਼ਤੇਦਾਰਾਂ, ਬਸ ਉੱਥੋਂ ਤੱਕ ਜ਼ਿੰਦਗੀ ਸੀਮਤ ਹੁੰਦੀ ਹੈ ਉਹਦੀ। ਉਸ ਤੋਂ ਅਲੱਗ ਕਿਸੇ ਨੂੰ ਕੋਈ ਦੁੱਖ ਲੱਗਦਾ, ਸੁੱਖ ਲੱਗਦਾ, ਉਸ ਬੰਦੇ ਨੂੰ ਕੋਈ ਫਰਕ ਨਹੀਂ ਪੈਂਦਾ, ਜਿਹੜਾ ਮੋਹ ਦੇ ਅਧੀਨ ਹੈ। ਪਰ ਜਦੋਂ ਮੋਹ ਪ੍ਰੇਮ ਬਣ ਜਾਂਦਾ ਹੈ ਤੇ ਪ੍ਰੇਮ ਵਾਲੇ ਦੀ ਜ਼ਿੰਦਗੀ ਜਿਹੜੀ ਉਹ ਬੜੀ ਵਿਸ਼ਾਲ ਹੁੰਦੀ ਹੈ। ਪ੍ਰੇਮ ਵਾਲੇ ਦੀ ਜ਼ਿੰਦਗੀ ਵਿੱਚ ਤੇ ਜਿਵੇਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਾਰੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਕਿ ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ। ਸਾਰੀ ਪ੍ਰਿਥਵੀ ਗੁਰੂ ਨਾਨਕ ਨੂੰ ਸੜਦੀ ਦਿਸਦੀ ਹੈ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਸ ਪ੍ਰਿਥਵੀ ਦਾ ਉਧਾਰ ਕਰਨ ਤੁਰ ਜਾਂਦੇ ਨੇ। ਕਿਉਂ? ਕਿਉਂਕਿ ਉਹ ਅਕਾਲ ਪੁਰਖ ਪਰਮੇਸ਼ਰ ਸਵਰੂਪ ਗੁਰੂ, ਜਿਵੇਂ ਰੱਬ ਸਾਰੀ ਕਾਇਨਾਤ ਦਾ ਮਾਲਕ ਹੈ, ਗੁਰੂ ਨਾਨਕ ਦੇ ਅੰਦਰ ਸਾਰੀ ਲੋਕਾਈ ਦੇ ਲਈ ਪ੍ਰੇਮ ਹੈ। ਉਹਨਾਂ ਦੀ ਜਿਹੜੀ ਸੋਚ ਦੀ ਪ੍ਰੇਮ ਦੀ ਸੀਮਾ ਕੁੱਲ ਕਾਇਨਾਤ ਵਿੱਚ ਹੈ। ਹਿੰਦੂਆਂ ਵੱਲ ਚਲੇ ਗਏ, ਉਦਾਸੀ ਕੀਤੀ ਸਤਿਗੁਰੂ ਜੀ ਨੇ। ਹਾਲਾਂਕਿ ਕੋਈ ਗੁਰੂ ਨਾਨਕ ਸਾਹਿਬ ਨੂੰ ਅੱਜ ਵਾਂਗੂ ਨਹੀਂ ਸੀ। ਅੱਜ ਤੇ ਕੋਈ ਧਰਮੀ ਪੁਰਸ਼ ਹੁੰਦਾ ਹੈ, ਉਹਦੇ ਜਾਣ ਤੋਂ ਪਹਿਲਾਂ ਹੀ ਪਤਾ ਲੱਗ ਜਾਂਦਾ ਜੀ ਫਲਾਣੇ ਨੇ ਆਉਣਾ ਹੈ, ਤੇ ਉਹਦੀ ਆਮਦ ਤੋਂ ਪਹਿਲਾਂ ਹੀ ਕਈ ਤਰੀਕਿਆਂ ਦੀ ਤਿਆਰੀ ਕਰ ਦਿੱਤੀ ਜਾਂਦੀ ਹੈ। ਉਹ ਸਜਾਇਆ ਜਾਂਦਾ ਹੈ, ਚਾਰੇ ਪਾਸੇ ਉਹਨੂੰ ਜੀ ਆਇਆਂ ਆਖਣ ਦੇ ਲਈ ਵੱਡੇ ਵੱਡੇ ਬੋਰਡ ਲਗਾ ਦਿੱਤੇ ਜਾਂਦੇ ਨੇ। ਕਈ ਖਲੋਤੇ ਹੁੰਦੇ ਆ ਜੀ, ਆਉਂਦਾ ਤੇ ਜੀ ਆਇਆਂ ਆਖਣਾ। ਗੁਰੂ ਨਾਨਕ ਸਾਹਿਬ ਪਿਆਰਿਓ ਇਸ ਤਰ੍ਹਾਂ ਨਹੀਂ ਸੀ। ਭਾਈ ਸਾਹਿਬ ਕਹਿੰਦੇ ਨੇ ਉਹਨਾਂ ਨੂੰ ਤੇ ਆਮਦ ਹੁੰਦੀ ਸੀ ਤੇ ਰਾਹ ਵਿੱਚ ਵੀ ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰਕਰੀ ਵਿਛਾਈ, ਪਤਾ ਨਹੀਂ ਕਿੱਥੇ ਰਾਤ ਪੈ ਜਾਣੀ ਹੈ। ਤੇ ਜਦੋਂ ਅੱਗੇ ਵੀ ਪਹੁੰਚਦੇ ਸਨ ਤੇ ਉੱਥੇ ਵੀ ਆਪਾਂ ਬਚਨ ਪੜ੍ਹਦੇ ਹਾਂ, ਕਿਤੇ ਕਾਬੇ ਦੇ ਅੰਦਰ ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ। ਕਿਤੇ ਧੰਨ ਗੁਰੂ ਨਾਨਕ ਸਾਹਿਬ ਸੁਮੇਰ ਤੇ ਜਾਂਦੇ ਨੇ ਤੇ ਸਿੱਧ ਜਤੀ ਜੋਗੀ ਜਿਹੜੇ ਲੋਕ ਸਨ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਮਜ਼ਾਕ ਕਰਦੇ ਨੇ, ਕਹਿੰਦੇ ਲੈ ਭਾਂਡਾ ਲੈ ਜਾ ਤੇ ਤਲਾਬ ਤੋਂ ਪਾਣੀ ਭਰ ਕੇ ਲਿਆ। ਫਿਰ ਗੈਬੀ ਸ਼ਕਤੀਆਂ ਦੇ ਨਾਲ ਉਹਨਾਂ ਨੂੰ ਆਪਣੇ ਅਧੀਨ ਕਰਨ ਦੇ ਲਈ ਉਹਨਾਂ ਸਾਰਾ ਕੁਝ ਕੀਤਾ। ਤੋ ਕਹਿਣ ਤੋਂ ਭਾਵ ਇਹ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪ੍ਰੇਮੀ ਨੇ। ਇਸ ਕੁਦਰਤ ਦੇ ਤੇ ਸਤਿਗੁਰੂ ਜੀ ਦੀ ਸੋਚ ਦਾ ਦਾਇਰਾ ਬਹੁਤ ਵੱਡਾ ਹੈ, ਬਹੁਤ ਵੱਡਾ ਦਾਇਰਾ ਹੈ। ਇਸ ਕਰਕੇ ਜਿਹੜਾ ਮੋਹ ਹੈ ਇਹ ਮਨੁੱਖ ਦੀ ਸੋਚ ਨੂੰ ਦਿਨ ਬ ਦਿਨ
ਇੱਕ ਸੀਮਾ ਦੇ ਵਿੱਚ ਸੀਮਤ ਕਰੀ ਜਾਂਦਾ ਹੈ, ਹੋਰ ਘਟਦੀ ਜਾਂਦੀ ਹੈ। ਪ੍ਰੇਮ ਵਿਸ਼ਾਲ ਕਰਦਾ ਹੈ ਮਨੁੱਖ ਦੀ ਸੋਚ ਦੇ ਦਾਇਰੇ ਨੂੰ। ਤੋ ਦਾਤਾਰ ਕਹਿੰਦੇ ਸੁਤ ਬਨਤਾ ਸਾਜਨ ਸੁਖ ਬੰਧਪ, ਇਹਨਾਂ ਦੇ ਨਾਲ ਮੋਹ ਬਹੁਤ ਜ਼ਿਆਦਾ ਵੱਧ ਗਿਆ। ਉਸੇ ਮੋਹ ਨੇ ਮਜਬੂਰ ਕਰ ਦਿੱਤਾ, ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪੈ ਆਨ ਲੁਟਾਵੈ। ਉਸ ਮੋਹ ਨੇ ਹੀ ਮਜਬੂਰ ਕਰ ਦਿੱਤਾ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਧੋਖੇ ਧੜੀਆਂ ਕਰਨ ਨੂੰ, ਤੇ ਕਿਸੇ ਦੇ ਮੂੰਹ ਦਾ ਨਿਵਾਲਾ ਇਸੇ ਕਰਕੇ ਖੋਇਆ ਕਿ ਮੈਂ ਆਪਣੇ ਧੀ ਪੁੱਤ ਦੇ ਮੂੰਹ ਵਿੱਚ ਪਾ ਸਕਾਂ। ਬੰਦਾ ਬਹੁਤੇ ਪਾਪ ਆਪਣੇ ਵਾਸਤੇ ਨਹੀਂ ਕਰਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਮੁਤਾਬਕ ਬਹੁਤੇ ਪਾਪ ਕਰਨ ਦਾ ਕਾਰਨ ਇਨਸਾਨ ਦਾ ਜਦੋਂ ਸਤਿਗੁਰੂ ਜੀ ਤੋਂ ਪੁੱਛੀਏ ਤੇ ਦਾਤਾਰ ਜੀ ਕਹਿੰਦੇ ਕਾਮਨ ਲੋੜੈ ਸੋਇਨਾ ਰੂਪਾ, ਮਿੱਤਰ ਲੋੜੇਨ ਸੋਖਾ ਦਾਤਾ, ਨਾਨਕ ਪਾਪ ਕਰੈ ਤਿਨ ਕਾਰਨ ਜਾਸੀ ਜਮਪੁਰ ਬਾਧਾਤਾ। ਗੁਰਦੇਵ ਜੀ ਕਹਿੰਦੇ ਉਹਨਾਂ ਦੇ ਕਾਰਨ ਇਹਨੂੰ ਖੁਸ਼ ਕਰ ਲਵਾਂ, ਉਹਨੂੰ ਖੁਸ਼ ਕਰ ਲਵਾਂ, ਇਹਦੇ ਲਈ ਕੁਝ ਲੈ ਆਵਾਂ। ਹਾਲਾਂਕਿ ਦਾਤਾਰ ਨੇ ਆਖ ਦਿੱਤਾ, ਸਾਹਿਬ ਜੀ ਕਹਿੰਦੇ ਅੰਨ ਕਾਏ ਰਤੜਿਆ, ਵਾਟ ਦੁਹੇਲੀ ਰਾਮ, ਪਾਪ ਕਮਾਵੰਦਿਆਂ ਤੇਰਾ ਕੋਏ ਨਾ ਬੇਲੀ ਰਾਮ। ਕੋਏ ਨਾ ਬੇਲੀ ਹੋਏ ਤੇਰਾ ਸਦਾ ਪਛੋਤਾਵੇਂ। ਕਹਿੰਦੇ ਪਾਪ ਕਮਾਉਂਦਿਆਂ ਸਜਣਾ ਤੇਰੇ ਨਾਲ ਕਿਸੇ ਨਹੀਂ ਖਲੋਣਾ, ਤੇ ਤੈਨੂੰ ਪਛਤਾਵੇ ਤੋਂ ਬਗੈਰ ਤੇਰੀ ਝੋਲੀ ਵਿੱਚ ਕੁਝ ਨਹੀਂ ਪੈਣਾ। ਚੱਲੇ ਜੁਆਰੀ ਦੋਏ ਹੱਥ ਝਾੜ, ਜਦੋਂ ਦੋਵੇਂ ਹੱਥ ਝਾੜ ਕੇ ਤੁਰੇਗਾ ਨਾ, ਤੇ ਇਸ ਸੰਸਾਰ ਵਾਲੀ ਕਰੰਸੀ ਨਿਰੰਕਾਰ ਦੇ ਦਰ ਤੇ ਕੋਈ ਨਹੀਂ ਚੱਲਣੀ। ਗੁਰੂ ਤੋਂ ਪੁੱਛੋ। ਸਾਹਿਬ ਜੀ ਕਹਿੰਦੇ ਨੇ ਬੜੇ ਪਾਪ ਕਰਦਾ ਹੈ, ਮੋਹ ਵਿੱਚ ਫਸਿਆ ਹੋਇਆ। ਬੋਇਓ ਬੀਜ ਅਹੰ ਮਮ ਅੰਕੁਰ, ਅਹੰਕਾਰ ਦਾ ਬੀਜ ਬੀਜਦਾ ਹੈ। ਬੋਇਓ ਬੀਜ, ਇਹ ਮਨਾ ਹੰਕਾਰ ਦਾ ਤੂੰ ਬੀਜ ਬੀਜਿਆ ਤੇ ਉਹਦੇ ਵਿੱਚੋਂ ਜਨਮ ਲਿਆ ਅਹੰ ਮਮ ਅੰਕੁਰ, ਉਹਦੇ ਵਿੱਚੋਂ ਮਮ ਦਾ ਮਮਤਾ ਦਾ ਅੰਕੁਰ ਫੁੱਟਿਆ, ਅੰਕੁਰ ਫੁੱਟਿਆ ਮਮਤਾ ਦਾ, ਹੰਕਾਰ ਦੇ। ਹੰਕਾਰ ਨੇ ਹੀ ਮਜਬੂਰ ਕੀਤਾ ਤੂੰ ਇਸ ਚੀਜ਼ ਉੱਤੇ ਮੇਰੀ ਦੀ ਨਿਸ਼ਾਨੀ ਲਾ ਦੇ। ਔਰ ਬੰਦਾ ਮਜਬੂਰ ਹੋ ਗਿਆ ਹੰਕਾਰ ਦੇ ਹੱਥੋਂ। ਉਹ ਹੁਣ ਕੋਸ਼ਿਸ਼ ਕਰਨ ਲੱਗ ਪਿਆ ਹਰੇਕ ਚੀਜ਼ ਉੱਤੇ ਮੇਰੀ ਉਹਦੀ ਨਿਸ਼ਾਨੀ ਲੱਗ ਜਾਏ। ਔਰ ਬੰਦੇ ਦੇ ਸਭ ਤੋਂ ਵੱਧ ਦੁਖੀ ਹੋਣ ਦਾ ਕਾਰਨ ਵੀ ਗੁਰਸਿੱਖ ਪਿਆਰਿਓ ਜਦੋਂ ਗਹਿਰਾਈ ਦੇ ਵਿੱਚ ਜਾਵਾਂਗੇ ਤੇ ਇਹੀ ਲੱਭੇਗਾ। ਮੈਂ ਬੇਨਤੀ ਕਰਾਂ, ਵੈਸੇ ਤੇ ਤਰੱਕੀ ਕਰਨੀ ਕੋਈ ਮਾੜੀ ਗੱਲ ਨਹੀਂ, ਮਹਾਰਾਜ ਮਿਹਰ ਕਰੇ, ਸਤਿਗੁਰੂ ਪਿਤਾ ਸਾਰਿਆਂ ਨੂੰ ਬਖਸ਼ਿਸ਼ ਕਰੇ। ਗੁਰੂ ਸਾਹਿਬ ਜੀ ਦੇ ਸਿੱਖ ਪਿਆਰੇ ਕਾਬਲ ਕੰਧਾਰ ਤੱਕ ਘੋੜਿਆਂ ਦਾ ਕਾਰੋਬਾਰ ਕਰਦੇ ਰਹੇ ਆ। ਬੜੇ ਬੜੇ ਅਮੀਰ ਸਨ ਗੁਰਸਿੱਖ, ਹੀਰੇ ਮੋਤੀ ਜਵਾਹਰਾਤਾਂ ਦਾ ਕਾਰੋਬਾਰ ਸੀ। ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦਾ ਇਹ ਉਪਦੇਸ਼ ਜਿਹੜਾ ਸੰਸਾਰ ਨੂੰ ਤਿਆਗਣ ਵਾਸਤੇ ਨਹੀਂ ਹੈ, ਪਰ ਜਿਹੜੀ ਵਿੱਚ ਸੂਖਸ਼ਮ ਵਿਚਾਰ ਹੈ ਉਹ ਇਹ ਹੈ ਗੁਰਮੁਖ ਪਿਆਰਿਓ ਕਿ ਇਨਸਾਨ ਤਰੱਕੀ ਜਿੰਨੀ ਮਰਜ਼ੀ ਕਰ ਲੇ ਮਾੜੀ ਗੱਲ ਨਹੀਂ, ਪਰ ਜਦੋਂ ਬੰਦਾ ਬੇਸਬਰਾ ਹੋ ਕੇ ਕਰਮ ਕਰਦਾ, ਬੇਸਬਰਾ ਹੋ ਕੇ, ਉਹ ਬੇਸਬਰਾਪਨ ਉਹ ਬੰਦੇ ਦੀ ਜ਼ਿੰਦਗੀ ਦਾ ਜਿਹੜਾ ਤ੍ਰਿਸ਼ਨਾ ਵਾਲਾ ਰੂਪ ਹੈ ਨਾ, ਇਨਸਾਨ ਨੂੰ ਬੜੀ ਮਾੜੀ ਥਾਂ ਤੇ ਲਿਜਾ ਕੇ ਖਿਲਾਰ ਦਿੰਦਾ ਹੈ। ਉਹ ਬੜੀ ਭੈੜੀ ਥਾਂ ਤੇ ਬੋਇਓ ਬੀਜ ਹਰੇਕ ਚੀਜ਼ ਉੱਤੇ ਆਪਣੀ ਮੋਹਰ ਲਾਉਣ ਵਾਲੀ ਇਹਦੀ ਬਿਰਤੀ ਇਹਨੂੰ ਦੁਖੀ ਕਰਦੀ ਹੈ। ਨਹੀਂ, ਜ਼ਿੰਦਗੀ ਦੀਆਂ ਜ਼ਰੂਰਤਾਂ ਸਾਡੀਆਂ ਕਿੰਨੀਆਂ ਕੁ ਨੇ, ਤੁਸੀਂ ਕਦੀ ਬਹਿ ਕੇ ਸੋਚਣਾ ਇਕੱਲੇ ਕਿੰਨੀ ਕੁ ਜ਼ਰੂਰਤ ਹੈ। 4 ਪ੍ਰਸ਼ਾਦੇ, ਤਨ ਦੇ ਉੱਤੇ ਇੱਕ ਜੋੜਾ ਕੱਪੜਾ ਤੇ ਸਿਰ ਤੇ ਛੱਤ। ਪਰ ਹਾਂ, ਦੂਜੇ ਨੇ ਕੱਪੜਾ ਕਿਹੋ ਜਿਹਾ ਪਾਇਆ ਉਹਦੇ ਮੁਕਾਬਲੇ ਮੈਂ ਚੰਗਾ ਪਾਉਣਾ, ਇਹ ਬਿਰਤੀ ਨੇ ਦੁਖੀ ਕੀਤਾ। ਹੁਣ ਕਿਵੇਂ ਸਾਰੀ ਦੁਨੀਆ ਤੋਂ ਉਹਦੇ ਤੋਂ ਚੰਗਾ ਪਾਇਆ ਘਰੋਂ ਪਾ ਕੇ ਨਿਕਲੇ, ਅੱਗੋਂ ਉਹਦੇ ਤੋਂ ਚੰਗਾ ਕੋਈ ਪਾਇਆ ਮਿਲ ਗਿਆ ਤੇ ਉਹਦੇ ਤੋਂ ਚੰਗਾ ਕੋਈ ਪਾਇਆ ਮਿਲ ਗਿਆ, ਬੰਦੇ ਨੂੰ ਦੁਖੀ, ਉਹ ਚਿੰਤਾ ਚੁੱਕੀ ਫਿਰਦਾ ਦਿਮਾਗ ਉੱਤੇ। ਸੱਚੇ ਪਾਤਸ਼ਾਹ ਮਹਾਰਾਜ ਜੀ ਆਖਦੇ ਨੇ, ਸਾਹਿਬ ਜੀ ਕਹਿੰਦੇ ਭਾਈ ਆਪਣੀਆਂ ਜ਼ਰੂਰਤਾਂ ਵੱਲ ਤੇ ਧਿਆਨ ਦੇ, ਪਰ ਤ੍ਰਿਸ਼ਨਾ ਤੇਰੀ ਕਦੀ ਪੂਰੀ ਨਹੀਂ ਹੋਣੀ।
ਇਹ ਜਿਹੜੀ ਹਰੇਕ ਚੀਜ਼ ਉੱਤੇ ਮੇਰੀ ਦੀ ਮੋਹਰ ਲਾਉਣ ਵਾਲੀ ਗੱਲ ਹੈ ਨਾ, ਬੜਾ ਦੁਖੀ ਕਰੇਗੀ ਤੈਨੂੰ। ਸਤਿਗੁਰੂ ਗੁਰੂ ਅਰਜੁਨ ਸਾਹਿਬ ਜੀ ਨੇ ਵੀ ਕਿਹਾ, ਸਹਿਸ ਖੱਟੇ ਲੱਖ ਕੋ ਉਠ ਧਾਵੈ, ਤ੍ਰਿਪਤ ਨਾ ਆਵੈ, ਮਾਇਆ ਪਾਛੈ ਪਾਵੈ, ਅਨੇਕ ਭੋਗ ਵਿਖਿਆ ਕੇ ਕਰੈ, ਨਹ ਤ੍ਰਿਪਤਾਵੈ, ਖਪ ਖਪ ਮਰੈ। ਅਖੀਰ ਸਤਿਗੁਰੂ ਜੀ ਪਤਾ ਕੀ ਕਹਿੰਦੇ, ਬਿਨਾ ਸੰਤੋਖ ਨਹੀਂ ਕੋਊ ਰਾਜੈ। ਗੁਰਦੇਵ ਜੀ ਕਹਿੰਦੇ ਕੋਈ ਰਾਜਾ ਨਹੀਂ ਹੈ ਜਿਹਦੇ ਕੋਲ ਸੰਤੋਖ ਨਹੀਂ। ਉਹ ਭਾਵੇਂ ਬਹੁਤ ਮਲਕੀਅਤ ਦਾ ਮਾਲਕ ਵੀ ਹੋਵੇ ਪਿਆਰਿਓ, ਕਦੀ ਰਾਜਾ ਨਹੀਂ। ਤੇ ਜਿਹਦੇ ਕੋਲ ਸੰਤੋਖ ਹੈ ਉਹ ਤੇ ਭਾਵੇਂ ਬਸਤਾ ਟੁੱਟੀ ਝੁੰਪੜੀ, ਚੀਰ ਸਭ ਛਿੰਨਾ, ਜ਼ਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਇਸ ਤਰ੍ਹਾਂ ਦੀ ਵੀ ਹਾਲਤ ਵਿੱਚ ਹੋਵੇ, ਉਹ ਰਾਜਾ ਹੀ ਰਾਜਾ। ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਉਹ ਰਾਜਿਆਂ ਦੇ ਵਾਂਗ ਹੀ ਹੈ। ਤੋ ਬੋਇਓ ਬੀਜ ਅਹੰ ਮਮ ਅੰਕੁਰ, ਬੀਤਤ ਔਦ ਕਰਤ ਅਗਨਾ। ਅੱਗ ਕਹਿੰਦੇ ਨੇ ਪਾਪਾਂ ਨੂੰ, ਕਹਿੰਦੇ ਹਰੇਕ ਚੀਜ਼ ਉੱਤੇ ਮੇਰੀ ਦੀ ਨਿਸ਼ਾਨੀ ਲਾਉਣ ਦੀ ਬਿਰਤੀ ਨੇ ਹੀ ਇਹਨੂੰ ਪਾਪ ਕਰਨ ਤੇ ਮਜਬੂਰ ਕਰ ਦਿੱਤਾ। ਆਪਾਂ ਬਚਨ ਸਾਂਝੇ ਕੀਤੇ ਹੈ ਨਾ ਕਿ ਕਿਉਂ ਪਾਪ ਕਰਦਾ ਹੈ, ਤੇ ਫਿਰ ਸੰਗੀ ਸਾਥੀ ਵੀ ਕੋਈ ਨਹੀਂ ਬਣਦਾ। ਇੱਕ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਰ ਨੇ। ਗੁਰਦੇਵ ਜੀ ਕਹਿੰਦੇ ਇਹਦਾ ਨਤੀਜਾ ਕੀ ਨਿਕਲਦਾ ਹੈ ਪਾਪਾਂ ਦਾ, ਇਹਦਾ ਨਤੀਜਾ ਕੀ ਨਿਕਲਦਾ ਹੈ। ਪਾਪੀ ਕਰਮ ਕਮਾਵੰਦੇ, ਫਿਰ ਕੀ ਕਰਦੇ ਆ? ਪਾਪੀ ਕਰਮ ਕਮਾਵੰਦੇ ਕਰਦੇ ਹਾਏ ਹਾਏ। ਜ਼ਿੰਦਗੀ ਵਿੱਚ ਦਿਨ ਰਾਤ ਬੰਦੇ ਦੇ ਹਾਏ ਹਾਏ ਦਾ ਕਾਰਨ ਹੀ ਇਹ ਹੈ। ਅਸੀਂ ਆਪਣੇ ਕਰਮਾਂ ਵਿੱਚ ਤਬਦੀਲੀ ਨਹੀਂ ਲਿਆਉਂਦੇ, ਅਸੀਂ ਕਰਮ ਉਸੇ ਤਰ੍ਹਾਂ ਦੇ ਉਸੇ ਤਰ੍ਹਾਂ ਰੱਖਦੇ ਹਾਂ। ਤੇ ਫਿਰ ਅਸੀਂ ਕਦੀ ਕਿਸੇ ਨੂੰ ਆਖਦੇ ਹਾਂ ਜੀ ਸਾਡੇ ਹਿੱਸੇ ਦਾ ਕੋਈ ਧਾਗਾ ਤਵੀਤ ਕਰ ਦਿਓ ਜੀ, ਆ ਹਾਏ ਹਾਏ ਮੁੱਕ ਜਾਏ। ਨਹੀਂ ਹੋ ਸਕਦਾ ਪਿਆਰਿਓ। ਜਿੰਨੇ ਮਰਜ਼ੀ ਰਾਸ਼ੀਆਂ ਦੇ ਪੰਨੇ ਫਰੋਲ ਲਿਓ, ਜਿੰਨੇ ਮਰਜ਼ੀ ਤੁਸੀਂ ਵਾਰ ਵੇਖ ਵੇਖ ਕੇ ਦਾਲਾਂ ਚੜਾਈ ਜਾਇਓ, ਅਖੌਤੀ ਤਰੀਕੇ ਨਾਲ ਪੁੰਨਦਾਨ ਕਰੀ ਜਾਇਆ ਜੇ, ਬੇਨਤੀ ਕਰਾਂ ਜਦੋਂ ਤੱਕ ਕਰਮ ਵਿੱਚ ਤਬਦੀਲੀ ਨਹੀਂ, ਉਤਨਾ ਸਮਾਂ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਵ ਨਹੀਂ ਜੇ ਆਏਗਾ। ਉਦੋਂ ਤੱਕ ਇਹ ਹਾਏ ਹਾਏ ਜ਼ਿੰਦਗੀ ਵਿੱਚ ਕਦੀ ਵੀ ਨਹੀਂ ਮੁੱਕੇਗੀ। ਪਾਪੀ ਕਰਮ ਕਮਾਵੰਦੇ ਕਰਦੇ ਹਾਏ ਹਾਏ, ਨਾਨਕ ਜਿਉ ਮਥਨ ਮਾਧਾਣੀਆਂ ਤਿਉ ਮਥੇ ਧਰਮ ਰਾਏ। ਦਾਤਾਰ ਕਹਿੰਦੇ ਜਿਵੇਂ ਮਾਧਾਣੀ ਮੱਥਦੀ ਕਿਸੇ ਚੀਜ਼ ਨੂੰ, ਧਰਮ ਰਾਏ ਦੇ ਦਰ ਤੇ ਇਸ ਤਰ੍ਹਾਂ ਮੱਥਿਆ ਜਾਏਗਾ। ਮਿਰਤ ਮੰਝਾਰ ਪਸਾਰ ਮੁਖ ਨਿਰਖਤ, ਪੁੰਚਤ ਭੁਗਤ ਭੂਖ ਭੁਖਨਾ। ਮੌਤ ਰੂਪੀ ਬਿੱਲਾ ਮੂੰਹ ਖੋਲਿਆ ਹੋਇਆ ਤੇ ਬੰਦੇ ਦੇ ਉੱਤੇ ਹੈ। ਐ ਬਿਲਕੁਲ ਕਦੋਂ ਉਹਨੇ ਝੜਪ ਮਾਰ ਲੈਣੀ ਹੈ, ਮੁਕਾ ਦੇਣਾ ਹੈ, ਕਿਸੇ ਨੂੰ ਇਲਮ ਕੋਈ ਨਹੀਂ ਜੇ। ਮੌਤ ਰੂਪੀ ਬਿੱਲਾ ਮੁਖ ਖੋਲ ਕੇ ਸਾਡਾ ਇੰਤਜ਼ਾਰ ਕਰਦਾ ਪਿਆ। ਭਾਵ ਇਹ ਹੈ ਕਿ ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ। ਸਤਿਗੁਰੂ ਜੀ ਕਹਿੰਦੇ ਇੱਕ ਦਮ ਦਾ ਤੂੰ ਮਾਲਕ ਹੈ। ਤੇ ਮੈਂ ਬੇਨਤੀ ਕਰਦਾ ਹੁੰਨਾ ਪਿਆਰਿਓ, ਆਦਮੀ ਸਾਨੂੰ ਆਖਦੇ ਹੀ ਤਾਂ ਨੇ, ਆ ਦਮ, ਦਮ ਆ ਰਿਹਾ ਹੈ ਤੇ ਅਸੀਂ ਹਾਂ, ਵਰਨਾ ਅਸੀਂ ਨਹੀਂ ਹਾਂ। ਸਾਨੂੰ ਆਦਮੀ ਕਹਿਣ ਦਾ ਕਾਰਨ ਹੀ ਇਹ ਹੈ, ਇੱਕ ਦਮ ਦੇ ਮਾਲਕ ਹਾਂ। ਮਤ ਕੇ ਜਾਪੈ ਸਾਹ ਆਵੇ ਕਿ ਨਾ ਆਵੇ ਰਾਮ। ਕਿਨੂੰ ਭਰੋਸਾ ਹੈ, ਕਿਨੇ ਲਿਖਤ ਲਿਖਾਈ ਹੈ। ਇਸ ਕਰਕੇ ਦਾਤਾ ਜੀ ਕਹਿੰਦੇ ਨੇ, ਮਿਰਤ ਮੰਝਾਰ ਮੌਤ ਰੂਪੀ ਬਿੱਲਾ, ਪਸਾਰ ਮੁਖ ਨਿਰਖਤ, ਮੁਖ ਪਸਾਰ ਕੇ ਤੈਨੂੰ ਦੇਖ ਰਿਹਾ ਹੈ। ਪਰ ਬੰਦਾ ਕੀ ਕਰਦਾ ਹੈ? ਪੁੰਜਤ ਭੁਗਤ ਭੂਖ ਭੁਖਨਾ। ਸੰਸਾਰ ਦੇ ਭੋਗਾਂ ਨੂੰ ਇੰਨੀ ਗਹਿਰੇ ਤਰੀਕੇ ਨਾਲ ਭੋਗ ਰਿਹਾ ਕਿ ਇਹਨੂੰ ਮੌਤ ਰੂਪੀ ਬਿੱਲਾ ਵੀ ਨਜ਼ਰ ਹੀ ਨਹੀਂ ਆਉਂਦਾ। ਪਰ ਭੂਖ ਭੁਖਨਾ ਨਾਲ ਨਾਲ ਸਤਿਗੁਰੂ ਕਹਿੰਦੇ ਫਿਰ ਉਹ ਤੇਰੀ ਤ੍ਰਿਸ਼ਨਾ ਵੀ ਤੇ ਨਹੀਂ ਬੁਝਾ ਰਹੇ। ਚਲੋ ਤੇਰੀ ਤ੍ਰਿਪਤੀ ਹੋ ਜਾਏ ਉਹਨਾਂ ਚੀਜ਼ਾਂ ਦੇ ਨਾਲ, ਫਿਰ ਤੇ ਮੁਬਾਰਕ ਹੈ, ਤੂੰ ਉਹ ਕੰਮ ਕਰ ਲੈ, ਤੇਰਾ ਰੱਜ ਹੋ ਜਾਏ ਤੇ ਠੀਕ ਹੈ। ਸਤਿਗੁਰੂ ਕਹਿੰਦੇ ਤ੍ਰਿਸ਼ਨਾ ਤੇ ਵੀ ਤੇਰੀ ਉਸੇ ਤਰ੍ਹਾਂ ਦੀ ਉਸੇ ਤਰ੍ਹਾਂ ਪਈ ਹੈ। ਜੇ ਤੂੰ ਨਤੀਜਾ ਤੇ ਮਿਲਣਾ ਚਾਹੀਦਾ ਨਾ ਪਿਆਰਿਓ, ਕੋਈ ਵੀ ਕਰਮ ਕਰਦੇ ਆ ਉਹਦਾ ਨਤੀਜਾ ਤੇ ਮਿਲੇ।
ਬੰਦਾ ਕਰਮ ਕਰੀ ਜਾ ਰਿਹਾ ਹੈ, ਧਰਮ ਦੀ ਦੁਨੀਆ ਵਿੱਚ ਵੀ ਕਰਮ ਕਰੀ ਜਾ ਰਿਹਾ ਹੈ, ਪਰ ਨਤੀਜਾ ਕੀ ਸਾਡੀ ਝੋਲੀ ਪੈ ਰਿਹਾ ਹੈ। 10 ਸਾਲ ਪਾਠ ਕਰਨ ਦੇ ਬਾਵਜੂਦ ਵੀ ਮਨ ਉੱਥੇ ਦਾ ਉੱਥੇ ਟਿਕਿਆ ਹੋਇਆ ਹੈ। ਤੀਰਥ ਯਾਤਰਾ ਕਰਨ ਦੇ ਬਾਵਜੂਦ ਵੀ ਗੁਮਾਨ ਮਨ ਦਾ, ਹੰਕਾਰ, ਤੀਰਥ ਵਰਤ ਅਰਦਾਨ ਕਰ, ਮਨ ਦਾ ਗੁਮਾਨ ਉੱਥੇ ਦਾ ਉੱਥੇ ਟਿਕਿਆ ਹੋਇਆ। ਤੋਂ ਨਤੀਜਾ ਕੀ ਮਿਲਿਆ? ਨਤੀਜੇ ਵੱਲ ਵੀ ਧਿਆਨ ਦਈਏ। ਦਾਤਾਰ ਕਹਿੰਦੇ ਭੁੱਖ ਤ੍ਰਿਸ਼ਨਾ ਉੱਥੇ ਟਿਕੀ ਹੋਈ ਹੈ। ਇੱਕ ਨਾ ਬੰਦੇ ਦੀ ਜਿਹੜੀ ਅਵਸਥਾ ਹੈ ਮਾਨਸਿਕ, ਇਹ ਕਦੀ ਵੀ ਤ੍ਰਿਸ਼ਨਾ ਪਦਾਰਥ ਨਹੀਂ ਬੁਝਾ ਸਕਦੇ ਬੰਦੇ ਦੀ, ਯਾਦ ਰੱਖਣਾ। ਕਦੀ ਵੀ ਤ੍ਰਿਸ਼ਨਾ ਨੂੰ ਪਦਾਰਥ ਨਹੀਂ ਬੁਝਾਏਗਾ। ਵੇਖੋ, ਇੱਕ ਘਰੋਂ ਦਿਹਾੜੀਦਾਰ ਦਿਹਾੜੀ ਕਰਨ ਦੇ ਲਈ ਨਿਕਲਿਆ, ਸੜਕ ਤੇ ਇੱਕ ਉਮੀਦ ਲੈ ਕੇ ਖਲੋਤਾ, ਕੋਈ ਆਏਗਾ ਮੈਨੂੰ ਦਿਹਾੜੀ ਤੇ ਲੈ ਕੇ ਜਾਵੇਗਾ, ਮੈਂ ਕਿਸੇ ਦੇ ਘਰ ਦਿਹਾੜੀ ਕਰਾਂਗਾ। ਕੋਈ ਆਇਆ, ਸੜਕ ਤੇ ਖਲੋਤੇ ਹੋਏ ਮਜ਼ਦੂਰ ਨੂੰ ਆਵਾਜ਼ ਮਾਰੀ, ਕਹਿੰਦੇ ਸੱਜਣਾ ਆ ਤੇ ਘਰ ਜਾ ਕੇ ਲੇਬਰ ਕਰਨੀ ਹੈ। ਉਹਨੂੰ ਲੈ ਗਿਆ, ਘਰ ਗਿਆ, ਸਾਰੀ ਦਿਹਾੜੀ ਇੱਟਾਂ ਚੁੱਕੀਆਂ, ਰੋੜੇ ਢੋਏ, ਬਜਰੀ ਸੀਮੈਂਟ ਚੁੱਕਿਆ। ਸ਼ਾਮ ਨੂੰ 400-500 ਰੁਪਇਆ ਮਿਲਿਆ, ਬੜਾ ਖੁਸ਼ ਹੈ। ਸਵੇਰੇ ਜਦੋਂ ਉਹਨੇ ਆਵਾਜ਼ ਮਾਰੀ ਸੀ ਦਿਹਾੜੀ ਵਾਸਤੇ, ਉਦੋਂ ਵੀ ਬੜਾ ਖੁਸ਼। ਉਹ ਕਹਿੰਦਾ ਅੱਜ ਤੇ ਭਾਵੇਂ ਪਤਾ ਜਾ ਕੇ ਮਿਹਨਤ ਮਜ਼ਦੂਰੀ ਕਰਨੀ, ਪਰ ਫਿਰ ਵੀ ਬੜਾ ਖੁਸ਼। ਜਦੋਂ 400-500 ਲੈ ਕੇ ਘਰ ਗਿਆ, ਘਰ ਜਾ ਕੇ ਵੀ ਬੜਾ ਖੁਸ਼ ਹੈ। ਕਹਿੰਦੇ ਅੱਜ ਤੇ ਰੱਬ ਨੇ ਸੁਣ ਲਈ, ਅੱਜ ਤੇ ਰੱਬ ਨੇ ਸੁਣ ਲਈ, ਮੈਨੂੰ ਦਿਹਾੜੀ ਮਿਲ ਗਈ। ਤੇ ਬੜੇ ਖੁਸ਼ ਨੇ, ਜੋ ਵੀ ਥੋੜਾ ਥੋੜਾ ਸਮਾਨ ਖਾਧਾ, ਬੜੇ ਖੁਸ਼ ਨੇ। ਇੱਕ ਘਰੋਂ ਨਿਕਲਿਆ, ਬਹੁਤ ਵੱਡਾ ਬਿਜ਼ਨਸਮੈਨ ਸੀ। ਘਰੋਂ ਨਿਕਲਦਾ, ਮਨ ਵਿੱਚ ਇੱਕ ਖਿਆਲ ਲੈ ਕੇ ਤੁਰਦਾ, ਦਿਮਾਗ ਵਿੱਚ ਇਹ ਮੈਂ ਕਿ ਅੱਜ 2 ਲੱਖ ਰੁਪਇਆ ਕਮਾਉਣਾ। ਸਵੇਰ ਤੋਂ ਸ਼ਾਮ ਤੱਕ ਕਈ ਘਾਟੇ ਵਾਧੇ ਕੀਤੇ, ਫਾਈਲਾਂ ਫਰੋਲੀਆਂ, ਬੜਾ ਕੁਝ ਕੀਤਾ। ਸ਼ਾਮ ਤੱਕ ਰੁਪਇਆ 2 ਲੱਖ ਦੀ ਬਜਾਏ ਬਣਿਆ 1,80,000। ਹੁਣ ਉਹ ਸਿਰ ਫੜ ਕੇ ਬਹਿ ਗਿਆ। ਕਹਿੰਦੇ 2 ਲੱਖ ਬਣਾਉਣਾ ਸੀ, 1,80 ਹੀ ਬਣਿਆ। ਚਿੰਤਾ ਵਿੱਚ ਹੈ, ਘਰ ਜਾਂਦਾ, ਬੱਚੇ ਪਿਆਰ ਕਰਨ ਦੇ ਲਈ ਪਿਓ ਦੇ ਕੋਲ ਆਉਂਦੇ ਨੇ, ਪਤਨੀ ਚਾਹ ਪਾਣੀ ਪੁੱਛਦੀ ਹੈ, ਕਹਿੰਦਾ ਨਹੀਂ ਮੈਨੂੰ ਇਕੱਲਾ ਛੱਡ ਦੋ। ਚਿੰਤਾ ਦਿਮਾਗ ਦੇ ਉੱਤੇ। ਅੱਜ ਤੇ ਜਿੰਨਾ ਸੋਚਿਆ ਸੀ ਉਹਨਾਂ ਨਹੀਂ ਬਣਿਆ। ਇੱਕ ਨੂੰ 400-500 ਨੇ ਤ੍ਰਿਪਤੀ ਦੇ ਦਿੱਤੀ ਤੇ ਉਹ ਪਰਿਵਾਰ ਵਿੱਚ ਖੁਸ਼ੀ ਨਾਲ ਬਹਿ ਗਿਆ। ਤੇ ਇੱਕ ਨੂੰ ਪਿਆਰਿਓ 1,80,000 ਨੇ ਵੀ ਖੁਸ਼ੀ ਨਹੀਂ ਦਿੱਤੀ। ਉਹਦਾ ਕਾਰਨ ਕੀ ਸੀ? ਇੱਕ ਨੇ ਕੇਵਲ ਇਹ ਸੋਚਿਆ ਸੀ, ਇਹ ਸੋਚ ਉੱਤੇ ਨਿਰਭਰ ਹੈ ਕਿ ਮੈਨੂੰ ਦਿਹਾੜੀ ਮਿਲੇ, ਰੋਟੀ ਮਿਲ ਜਾਏ। ਤੇ ਇੱਕ ਨੇ ਇਹ ਸੋਚ ਲੈ ਕੇ ਬੈਠਾ ਸੀ ਇੰਨੀ ਕਮਾਈ ਕਰਨੀ ਹੈ। ਤੋ ਤ੍ਰਿਸ਼ਨਾ ਕਦੀ ਵੀ ਪਦਾਰਥ ਦੇ ਨਾਲ ਨਹੀਂ ਬੁਝੇਗੀ। ਮਹਾਰਾਜ ਜੀ ਦੀ ਬਾਣੀ ਨੇ ਤੇ ਕਹਿ ਤ੍ਰਿਸ਼ਨਾ ਬੁਝਿਆ ਹਰ ਕੈ ਨਾਏ। ਤੋ ਦਾਤਾਰ ਕਹਿੰਦੇ ਭੁੱਖ ਤੇਰੀ ਉਸੇ ਤਰ੍ਹਾਂ ਬਰਕਰਾਰ ਹੈ, ਤ੍ਰਿਸ਼ਨਾ ਤੇਰੀ ਉਸੇ ਤਰ੍ਹਾਂ ਬਰਕਰਾਰ ਹੈ। ਇਹ ਸਾਰੀਆਂ ਚੀਜ਼ਾਂ ਤੋਂ ਨਿਜਾਤ ਪਾਉਣ ਦੇ ਲਈ ਆਖਰੀ ਪੰਕਤੀ ਵਿੱਚ ਦਾਤਾਰ ਪਿਤਾ ਧੰਨ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਇਹਦਾ ਹੱਲ ਇੱਕੋ ਇੱਕ ਹੈ, ਸਿਮਰ ਗੋਪਾਲ ਦਿਆਲ ਸਤ ਸੰਗਤ। ਸਤ ਸੰਗਤ ਵਿੱਚ ਜੁੜ ਕੇ ਦਾਤਾਰ ਕਹਿੰਦੇ ਗੋਪਾਲ ਦਿਆਲੂ ਪ੍ਰਭੂ ਨੂੰ ਸਿਮਰ ਲੈ। ਇਹ ਸਿਮਰਨ ਤੂੰ ਕਰੇਂਗਾ ਸੁਰਤ ਦੇ ਨਾਲ, ਪਰ ਇਹਦਾ ਪ੍ਰਭਾਵ ਤੇਰੀ ਸਾਰੀ ਜ਼ਿੰਦਗੀ ਤੇ ਪਵੇਗਾ। ਨਾਨਕ ਜਗ ਜਾਣਤ ਸੁਪਨਾ, ਇਸ ਜਗਤ ਨੂੰ ਸੁਪਨੇ ਦੇ ਵਾਂਗ ਜਾਣ ਕੇ, ਜਿਵੇਂ ਸੁਪਨਾ ਆਉਂਦਾ, ਜੈਸਾ ਸੁਪਨਾ ਰਹਿਣ ਕਾ ਤੈਸੋ ਇਹ ਸੰਸਾਰ। ਜਿਵੇਂ ਸੁਪਨਾ ਆਉਂਦਾ, ਸੁਪਨਾ ਮੁੱਕਿਆ ਤੇ ਉਹਦੇ ਵਿੱਚ ਸਾਰੇ ਪਦਾਰਥ ਮੁੱਕ ਗਏ। ਪਿਆਰ ਵਾਲਿਓ, ਉਹ ਬੰਦ ਅੱਖ ਦਾ ਸੁਪਨਾ ਹੈ ਤੇ ਸਾਡੀ ਜ਼ਿੰਦਗੀ ਖੁੱਲੀ ਅੱਖ ਦਾ ਸੁਪਨਾ ਹੈ। ਜਿਸ ਦਿਨ ਇਹ ਅੱਖਾਂ ਬੰਦ ਹੋਈਆਂ ਤੇ ਸਾਰਿਆਂ ਨੇ ਹੈ ਦੀ ਥਾਂ ਤੇ ਸੀ ਲਾਉਣਾ ਸ਼ੁਰੂ ਕਰ ਦੇਣਾ। ਫਲਾਣਾ ਸਿੰਘ ਹੈ, ਫਿਰ ਲੋਕਾਂ ਕਹਿਣਾ ਫਲਾਣਾ ਸਿੰਘ ਸੀ। ਬਸ ਆ ਹੈ ਤੇ ਸੀ ਦੀ ਖੇਡ ਹੈ, ਸਾਰਾ ਕੁਝ ਖਤਮ ਹੋ ਜਾਂਦਾ ਹੈ। ਤੋ ਇਸ ਕਰਕੇ ਜਿਤਨਾ ਵੀ ਸਮਾਂ ਹੈ, ਹਰ ਕੋ ਨਾਮ ਜਪ, ਨਿਰਮਲ ਕਰਮ ਉੱਤੇ ਧਿਆਨ ਦੇ ਕੇ ਆਪਾਂ ਆਪਣੇ ਜੀਵਨ ਨੂੰ ਗੁਜ਼ਾਰਨਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਹੀ ਉਪਦੇਸ਼, ਗੁਰੂ ਕੀ ਬਾਣੀ ਦੀ ਇਹੀਆਂ ਬਰਕਤਾਂ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣੀਆਂ ਨੇ। ਸਤਿਗੁਰੂ ਦਇਆ ਕਰਨ,
ਗੁਰੂ ਦਾ ਉਪਦੇਸ਼ ਪੜ੍ਹਦਿਆਂ ਸੁਣਦਿਆਂ ਵਿਚਾਰਦਿਆਂ ਆਪਣੇ ਜ਼ਿੰਦਗੀ ਦੇ ਵਿੱਚ ਆਪਾਂ ਢਾਲ ਸਕੀਏ ਜੀ। ਸਤਿਗੁਰੂ ਜੀ ਐਸੀ ਰਹਿਮਤ ਕਿਰਪਾ ਕਰ